रहत सब कोए आज निरप इंद मते ब्रह पारे रोवत पिखिया खाए आहारे। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु सवारे गुरु प्यारे सतगुरां दे साजे नवाजे गुरु खालसा साध संगत माई भाई जी आप सारियां संगतां बहुत ही बड़ियां भागां वाले हो रहे हो जो धन सहवे कमाल धन कलगीधर पातशाह महाराज दीन दुनिया दे मालिक लोक ਅਤੇ ਪ੍ਰਲੋਕ ਦੇ ਵਿੱਚ ਸਾਡੀ ਬਾਂਹ ਫੜਨ ਵਾਲੇ ਜੋ ਸੰਸਾਰ ਦੇ ਵਿੱਚ ਮਨੁੱਖ ਸਭ ਤੋਂ ਵੱਧ ਆਪਣੇ ਆਪ ਨੂੰ ਬਦਨਸੀਬ ਸਮਝਦਾ ਹੈ ਕਿ ਮੇਰਾ ਦੁਨੀਆ 'ਤੇ ਹੈ ਹੀ ਕੋਈ ਨਹੀਂ ਹੈ। ਰੁਲਦਾ ਫਿਰਦਾ ਧੱਕੇ ਖਾਣ ਵਾਲਾ ਜੀਵ ਉਹ ਇੱਕ ਵਾਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਮ ਲੈ ਦੇਵੇ ਤੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਗਲ ਨਾਲ ਲਾ ਲੈਂਦੇ, ਇੰਨਾ ਪਿਆਰ ਦਿੰਦੇ ਆ। ਐਸੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਦੀ ਵੱਡੀ ਭਾਰੀ ਕਿਰਪਾ ਹੋ ਰਹੀ ਹੈ, ਰਹਿਮਤ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਜਿਸ ਦਾ ਸਦਕਾ ਆਪ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸ ਰਹੇ ਹੋ, ਸੋਹਣੇ ਦਰਸ਼ਨ ਕਰ ਰਹੇ ਹੋ। ਅੱਜ ਦਾ ਜੋ ਦਿਹਾੜਾ ਹੈ ਇਹ ਬਹੁਤ ਹੀ ਇਤਿਹਾਸ ਦਿਨ ਹੋ ਨਿਬੜਿਆ ਹੈ। ਸੋ ਸੰਗਤ ਜੀ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਬਹਾਦਰ ਸ਼ਾਹ ਜੋ ਰੁਲਦਾ ਫਿਰਦਾ ਸੀ, ਧੱਕੇ ਖਾਂਦਾ ਸੀਗਾ, ਆਪਣੇ ਭਰਾ ਤਾਰਾ ਆਜ਼ਮ ਤੋਂ ਡਰਦਾ ਹੋਇਆ ਜਾਨ ਬਚਾਉਂਦਾ ਫਿਰਦਾ ਸੀ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਅਰਜ਼ ਬੇਨਤੀ ਭਾਈ ਨੰਦ ਲਾਲ ਜੀ ਦੇ ਰਾਹੀਂ ਕਰਕੇ ਭੇਜੀ ਕਿ ਸੱਚੇ ਪਾਤਸ਼ਾਹ ਮਹਾਰਾਜ ਮੇਰਾ ਦੁਨੀਆ 'ਤੇ ਕੋਈ ਨਹੀਂ ਹੈ, ਮੇਰੇ ਘਰ ਦੇ ਹੀ ਮੇਰੇ ਬੈਰੀ ਬਣੇ ਹੋਏ, ਮੇਰਾ ਭਰਾ ਮੈਨੂੰ ਮਾਰਨ ਵਾਸਤੇ ਤੁਲਿਆ ਹੋਇਆ, ਰਾਜ ਭਾਗ ਸਾਰਾ ਉਸਨੇ ਸੰਭਾਲ ਲਿਆ ਹੈ ਤੇ ਕਿਰਪਾ ਕਰੋ, ਮਿਹਰ ਕਰੋ, ਮੇਰੀ ਰੱਖਿਆ ਕਰੋ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਹਾਦਰ ਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਸੀਗਾ। ਨਿਰੀ ਉਸ ਦੀ ਰੱਖਿਆ ਹੀ ਨਹੀਂ ਕੀਤੀ, ਉਹਨੂੰ ਹਿੰਦੁਸਤਾਨ ਦਾ ਤਖਤੋ ਤਾਜ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਸ਼ ਕੀਤਾ ਹੈ। ਰੁਲਦਿਆਂ ਫਿਰਦਿਆਂ ਨੂੰ ਰਾਜ ਦੇਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਜਦ ਬਹਾਦਰ ਸ਼ਾਹ ਨੂੰ ਰਾਜ ਭਾਗ ਪ੍ਰਾਪਤ ਹੋ ਗਿਆ, ਉਸ ਤੋਂ ਬਾਅਦ ਜੋ ਹਿੰਦੁਸਤਾਨ ਦੇ ਹਾਲਾਤ ਸੀਗੇ ਉਹ ਬਹੁਤ ਹੀ ਦੁੱਖ ਵਾਲੇ ਸਨ। ਔਰੰਗਜ਼ੇਬ ਇਸੇ ਦੱਖਣ ਦੀ ਧਰਤੀ ਵਿੱਚ ਲੜਦਾ ਹੋਇਆ ਮਰ ਗਿਆ ਸੀਗਾ ਅਹਿਮਦਨਗਰ ਦੇ ਵਿੱਚ, ਤੇ ਔਰੰਗਾਬਾਦ ਦੇ ਪਾਸ ਦੌਲਤਾਬਾਦ ਉਹਦੀ ਲਿਆ ਕੇ ਦੇਹੀ ਨੂੰ ਦਫਨਾਇਆ ਗਿਆ। ਰਹੋ ਵਿਚਾਰ ਬੇਨਤੀ ਕੀਤੀ ਮਹਾਰਾਜ ਮੈਨੂੰ ਰਾਜ ਭਾਗ ਤਾਂ ਦਵਾਤਾ ਹੈ, ਪਰ ਇਹ ਜਿਹੜੇ ਬਾਗੀ ਲੋਕ ਬਗਾਵਤ ਕਰ ਰਹੇ ਹੈ, ਮੇਰੀਆਂ ਫੌਜਾਂ ਨੂੰ ਮਾਰ ਰਹੇ ਹੈ, ਇਸੇ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਮਾਮਲਾ ਗੁਰਾਹੀ ਨਹੀਂ ਦਿੰਦੇ, ਆਕੀ ਹੋ ਕੇ ਬੈਠੇ ਹੋਏ ਹੈ, ਇਹਨਾਂ 'ਤੇ ਕਿਰਪਾ ਕਰੋ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਨੂੰ ਦੱਖਣ ਦੀ ਧਰਤੀ ਵਿੱਚ ਬਹਾਦਰ ਸ਼ਾਹ ਬੇਨਤੀ ਕਰਕੇ ਲੈ ਕੇ ਆਇਆ ਸੀਗਾ। ਇੱਥੇ ਗਰੀਬ ਨਵਾਜ ਪਾਤਸ਼ਾਹ ਰੋਕੇ ਜਿਹੜੇ ਸਥਾਨ ਦੇ ਤੁਸੀਂ ਦਰਸ਼ਨ ਕਰਕੇ ਆਪਣੀਆਂ ਕੁਲਾਂ ਨੂੰ ਪਵਿੱਤਰ ਕਰ ਰਹੇ ਹੋ, ਤੁਹਾਡੀਆਂ ਕੁਲਾਂ ਦਰ ਰਹੀਆਂ ਨੇ ਇਸ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ, ਚਰਨ ਪਰਸਨ ਦੇ ਨਾਲ। ਹਜ਼ੂਰ ਨੇ ਬੜੇ ਕੌਤਕ ਕੀਤੇ। ਬਹਾਦਰ ਸ਼ਾਹ ਗੋਲਕੁੰਡੇ ਤੋਂ ਹੁੰਦਾ ਹੋਇਆ ਸਾਰੀ ਕਲਗੀਧਰ ਪਾਤਸ਼ਾਹ ਦੀ ਰਹਿਮਤ ਬਰਸੀ, ਤਾਕਤ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਸੀਗੀ, ਉਹਨੇ ਬਹਾਦਰ ਸ਼ਾਹ ਨੂੰ ਚਾਰ ਚੰਦ ਲਾਏ, ਚਾਰ ਚਫੇਰੇ ਬਹਾਦਰ ਸ਼ਾਹ ਦੀ ਜਿੱਤ ਹੋਈ। ਸਾਰੇ ਬਾਗੀ ਜਿਹੜੇ ਸੀਗੇ ਆਕੀ ਹੋਏ
ਉਹਨਾਂ ਨੇ ਬਹਾਦਰ ਸ਼ਾਹ ਦੀ ਈਨ ਨੂੰ ਮੰਨਿਆ। ਇੱਥੇ ਆਣ ਕੇ ਬਹਾਦਰ ਸ਼ਾਹ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ, ਅਰਜ਼ ਕੀਤੀ, ਗਰੀਬ ਨਵਾਜ਼, ਤੁਹਾਡੀ ਰਹਿਮਤ ਦਾ ਸਦਕਾ, ਮਿਹਰ ਦਾ ਸਦਕਾ ਜਿੰਨੇ ਵੀ ਬਾਗੀ ਸੀ ਸਾਰਿਆਂ ਨੇ ਮੇਰੀ ਈਨ ਮੰਨ ਲਈ ਹੈ, ਮੇਰੇ ਰਾਜ ਭਾਗ ਨੂੰ ਕਬੂਲ ਲਿਆ ਹੈ। ਕਿਰਪਾ ਕਰੋ ਵਾਪਸ ਆਪਾਂ ਪੰਜਾਬ ਦੀ ਧਰਤੀ ਨੂੰ ਚੱਲੀਏ। ਗਰੀਬ ਨਵਾਜ਼ ਕਹਿਣ ਲੱਗੇ, ਬਹਾਦਰ ਸ਼ਾਹ ਅਸੀਂ ਨਹੀਂ ਹੁਣ ਇੱਥੋਂ ਜਾਵਾਂਗੇ। ਸੱਚੇ ਪਾਤਸ਼ਾਹ ਕਾਰਨ ਹਜੂਰ ਕਹਿਣ ਲੱਗੇ, ਭਾਈ ਸਾਡੀ ਕਈ ਯੁਗਾਂ ਦੀ ਤਪੋ ਭੂਮੀ ਹੈ, ਇਹ ਤਾਂ ਲੱਭ ਰਹੇ ਸੀ, ਮਸੀਂ ਸਾਨੂੰ ਇਹ ਧਰਤੀ ਪ੍ਰਾਪਤ ਹੋਈ ਹੈ। ਗਰੀਬ ਨਵਾਜ਼ ਨੂੰ ਅਰਜ਼ ਕੀਤੀ ਸੀ ਬਹਾਦਰ ਸ਼ਾਹ ਨੇ। ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਮਹਾਕਵੀ ਭਾਈ ਸੁੱਖਾ ਸਿੰਘ ਜੀ ਨੇ ਲਿਖਿਆ ਹੈ ਕਿ ਸੱਚੇ ਪਾਤਸ਼ਾਹ ਇੱਥੇ ਕੋਈ ਤੁਹਾਡਾ ਸਾਧ ਸੰਤ ਨਹੀਂ ਹੈ, ਕੋਈ ਮੰਨਣ ਪੂਜਣ ਵਾਲਾ ਨਹੀਂ ਹੈ, ਇਹ ਪੱਥਰਾਂ ਨੂੰ ਪੂਜਣ ਵਾਲੇ ਲੋਕ ਹੈ, ਤੇ ਇੱਥੇ ਰਹਿ ਕੇ ਤੁਸੀਂ ਕੀ ਕਰੋਗੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਇੱਥੇ ਸਿੱਖ ਬਣਾਉਣ ਨਹੀਂ ਆਏ ਹੋਏ ਕਿਸੇ ਨੂੰ, ਅਸੀਂ ਤਾਂ ਆਪ ਇਸ ਧਰਤੀ ਦੇ ਸਿੱਖ ਹਾਂ, ਯੁੱਗਾਂ ਤੋਂ ਅਸੀਂ ਇੱਥੇ ਤਪ ਕਰਦੇ ਰਹੇ ਹਾਂ। ਸੋ ਦਾਸ ਦੇ ਕਹਿਣ ਤੋਂ ਮੁਰਾਦ ਭਾਵ ਇਹ ਜੋ ਯੁੱਗਾਂ ਦੀ ਤਪੋ ਭੂਮੀ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ, ਜਿਸ ਅਸਥਾਨ ਦੀ ਸੇਵਾ ਰਵਾਇਤ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਸਾਰਾ ਭਾਵੇਂ ਰਾਜ ਭਾਗ ਕੁਰਬਾਨ ਕਰਨਾ ਪ੍ਰਵਾਨ ਕੀਤਾ, ਪਰ ਇੱਥੋਂ ਦੀ ਸੇਵਾ ਨਿਪਰੇ ਚੜ੍ਹਾਈ ਆਪਣੇ ਸੇਵਕਾਂ ਨੂੰ ਭੇਜ ਕੇ, ਮਾਇਆ ਭੇਜ ਕੇ। ਉਸ ਸਮੇਂ ਦੇ ਮੁਤਾਬਕ ਸੋ ਸੰਗਤ ਜੀ 3 ਲੱਖ ਰੁਪਈਆ ਮਹਾਰਾਜਾ ਰਣਜੀਤ ਸਿੰਘ ਨੇ ਭੇਜਿਆ ਸੀਗਾ। ਸਰਦਾਰ ਜੱਸਾ ਸਿੰਘ ਜੀ ਉਸ ਵੇਲੇ ਇੱਥੋਂ ਦੇ ਜਥੇਦਾਰ ਸਾਹਿਬ ਸੀਗੇ, ਉਹਨਾਂ ਦੇ ਰਾਹੀਂ ਇਹ ਸਾਰੀ ਸੇਵਾ ਹੋਈ ਅਤੇ ਸਤਿਗੁਰਾਂ ਨੇ ਕਿਰਪਾ ਕੀਤੀ। ਜਿੰਨਾ ਉਹਨਾਂ ਗੁਰਮੁਖਾਂ ਨੇ, ਉਹ ਪਵਿੱਤਰ ਰੂਹਾਂ ਨੇ ਇੱਥੇ ਸੇਵਾ ਕੀਤੀ, ਭਾਵੇਂ ਸਰੀਰ ਕਰਕੇ ਉਹ ਵਿੱਚ ਨਹੀਂ ਹਨ। ਅੱਜ ਵੀ ਜਦ ਦਰਬਾਰ ਸਾਹਿਬ ਜੀ ਦੀ ਗੱਲ ਚੱਲਦੀ ਹੈ, ਸੇਵਾ ਦਾ ਬਚਨ ਚੱਲਦਾ ਹੈ, ਅਤੇ ਉਹਨਾਂ ਪਵਿੱਤਰ ਰੂਹਾਂ ਦੀ ਆਪ ਮੁਹਾਰੀ ਯਾਦ ਆਉਂਦੀ। ਭਾਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਸੇਵਾ ਕਰਵਾਈ। ਬਾਬਾ ਜੱਸਾ ਸਿੰਘ ਜੀ ਉਸ ਵੇਲੇ ਜਥੇਦਾਰ ਸਾਹਿਬ ਸੀਗੇ। ਉਸ ਤੋਂ ਬਾਅਦ ਛੋਟੇ ਪੁਜਾਰੀ ਸਿੰਘ ਬਾਬਾ ਗਾਹੂ ਸਿੰਘ ਜੀ ਹੋਏ, ਜਿਨ੍ਹਾਂ ਨੇ ਸਾਹਮਣੇ ਬੌੜੇ ਦੀ ਸੇਵਾ ਕਰਵਾਈ, ਖੂਹ ਲਵਾਇਆ। ਜਲ ਦੀ ਬਹੁਤ ਦਿੱਕਤ ਸੀਗੀ, ਸੇਵਾ ਚੱਲਦੀ ਸੀ, ਇੱਕ ਬੌੜੇ ਤੋਂ ਜਲ ਪੂਰਾ ਨਹੀਂ ਸੀ ਹੁੰਦਾ ਸੇਵਾ ਦਾ, ਇਸ ਵਾਸਤੇ ਉਸੇ ਸੇਵਾ ਦੀ ਅਗਲੀ ਕੜੀ ਦੇ ਵਿੱਚ ਸੰਗਤ ਜੀ ਅੱਜ ਦਾ ਇੱਕ ਇਹ ਇਤਿਹਾਸਕ ਦਿਨ ਹੈ। ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਦਿਨ ਹੈ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਾਂ ਦੇ ਪਾਤਰ ਉਹ ਮਹਾਨ ਰੂਹਾਂ, ਕਿਉਂਕਿ ਗੁਰਬਾਣੀ ਜਿਹੜੀ ਹੈ ਉਹਦੇ ਮੁਤਾਬਕ ਇਹ ਜੀਵ ਜਿਹੜੇ ਹਨ ਉਹ ਜੂਨਾਂ ਦੇ ਵਿੱਚ ਆਉਂਦੇ ਰਹਿੰਦੇ। ਗੁਰਮੁਖ ਜਿਹੜੇ ਹਨ ਸਾਧ ਸੰਗਤ ਜੀ, ਨਹਿ ਕਿਛ ਜਨਮੇ ਨਹਿ ਕਿਛ ਮਰੇ, ਆਪਣ ਚਲ ਤੇ ਆਪ ਹੀ ਕਰੇ। ਗੁਰਮੁਖ ਜੰਮਦੇ ਮਰਦੇ ਨਹੀਂ ਹਨ। ਗੁਰਬਾਣੀ ਦਾ ਇਹ ਵਰਣਨ ਹੈ, ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ। ਉਹ ਗੁਰਮੁਖ ਜਿਹੜੀਆਂ ਰੂਹਾਂ ਨੇ ਸਰੀਰ ਬਦਲ ਕੇ, ਚੋਲੇ ਬਦਲ ਕੇ ਆਉਂਦੀਆਂ ਰਹਿੰਦੀਆਂ ਸੇਵਾ ਕਰਨ ਵਾਸਤੇ। ਸੋ ਪੰਜਾਂ ਸਿੰਘ ਸਾਹਿਬਾਨਾਂ ਦੇ ਹਿਰਦਿਆਂ ਵਿੱਚ ਕਲਗੀਧਰ ਪਾਤਸ਼ਾਹ ਵਸੇ। ਜਹੇਦਾਰ ਬਾਬਾ ਕੁਲਵੰਤ ਸਿੰਘ ਜੀ ਰਾਹੀਂ, ਪ੍ਰਬੰਧਕਾਂ ਦੇ ਰਾਹੀਂ, ਇਸੇ ਤਰ੍ਹਾਂ ਹਜੂਰੀ ਸਿੰਘਾਂ ਦੇ ਹਿਰਦੇ ਵਿੱਚ ਵਸ ਕੇ, ਅਤੇ ਇਹ ਦਰਸ਼ਨੀ ਦਿਉੜੀ ਦੀ ਸੇਵਾ ਜਿਹੜੀ ਹੈ ਇਹ 31 ਮਈ 2012 ਈਸਵੀ ਸਨ ਨੂੰ ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ, ਜਿਹੜੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ, ਜਿੱਥੇ ਸਤਿਗੁਰਾਂ ਦਾ ਫੌਜਾਂ ਵਾਸਤੇ ਲੰਗਰ ਤਿਆਰ ਹੋਇਆ ਕਰਦਾ ਸੀਗਾ, ਜਿਸ ਲੰਗਰ ਸਾਹਿਬ ਦੀ ਹੋਂਦ ਨੂੰ ਦੁਬਾਰਾ ਪ੍ਰਗਟ ਕੀਤਾ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ, ਉੱਥੇ ਉਹ ਸੇਵਾ ਨਿਭਾ ਰਹੇ ਹੈ। ਲੰਗਰ ਦੀ ਸੇਵਾ ਵੀ ਚੱਲ ਰਹੀ ਹੈ, ਨਾਲ ਕਾਰ ਦੀ ਸੇਵਾ ਵੀ ਚੱਲ ਰਹੀ ਹੈ। ਗੁਰੂ ਕੀਆਂ ਇਮਾਰਤਾਂ ਬਣਾਉਣੀਆਂ, ਸੇਵਾਵਾਂ ਆਦਿਕ। ਅਤੇ ਉਹਨਾਂ ਮਹਾਂਪੁਰਖਾਂ ਨੇ ਸੰਗਤ ਜੀ 31 ਮਈ 2012 ਨੂੰ ਇਹ ਸੇਵਾ ਆਰੰਭ ਕੀਤੀ ਸੀ, ਅਤੇ ਤਕਰੀਬਨ 14 ਮਹੀਨਿਆਂ ਦੇ ਵਿੱਚ ਇਹ ਸੇਵਾ ਸੰਪੂਰਨ ਅੱਜ ਹੋਈ ਹੈ। ਇਹ ਬਹੁਤ ਇਤਿਹਾਸਕ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਹੈ।
ਸੇਵਾ ਨੂੰ ਤੇ ਸਾਰੇ ਹੀ ਲੋਚਦੇ ਹੈ ਕਿ ਇਹ ਸਾਨੂੰ ਪ੍ਰਾਪਤ ਹੋ ਜਾਵੇ, ਪਰ ਸੰਗਤ ਜੀ ਜਿਹਦੇ ਭਾਗਾਂ ਦੇ ਵਿੱਚ ਹੁੰਦੀ, ਜਿਸ ਮਸਤਕ ਭਾਗ ਜਿਹਦੇ ਭਾਗਾਂ ਵਿੱਚ ਹੁੰਦੀ ਹੈ, ਉਹਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੀ ਸੇਵਾ ਵਿੱਚ ਲਾਉਂਦੇ ਹੈ। ਸੋ ਸਾਹਿਬ ਨੇ ਕਿਰਪਾ ਕੀਤੀ, ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਕਾਰਸਿਆ ਵਾਲੇ ਮਹਾਂਪੁਰਖ ਨਾਲ ਲੰਗਰ ਦੀਆਂ ਸੇਵਾਵਾਂ ਵੀ ਚਲਾ ਰਹੇ ਹੈ। ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਜਾਣ ਕੇ ਇਹ ਸੇਵਾ ਬਖਸ਼ੀ ਸੀ। ਸੋ ਮਹਾਂਪੁਰਖਾਂ ਨੇ ਆਪਣੇ ਜਥੇਦਾਰਾਂ ਦੇ ਨਾਲ, ਸੇਵਾਦਾਰਾਂ ਦੇ ਸਹਿਤ, ਸੰਗਤਾਂ ਦੇ ਸਹਿਤ, ਸੰਗਤ ਦੇ ਸੰਯੋਗ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਸਾਧ ਸੰਗਤ ਜੀ ਗੁਰੂ ਕੀ ਸੰਗਤ ਹੀ ਹੈ ਜੋ ਇਹ ਬਹੁਤ, ਜਿਵੇਂ ਕੱਲ੍ਹ ਵੀ ਇਤਿਹਾਸ ਵਿੱਚ ਆਇਆ ਸੀ, ਕਾਮ ਧੇਨ ਗਊ ਦਾ ਜ਼ਿਕਰ ਤੇ ਕਲਪ ਬ੍ਰਿਸ਼ ਦਾ। ਇਹ ਦੇਵਤਿਆਂ ਵਾਸਤੇ ਕਲਪ ਬ੍ਰਿਸ਼ ਹੋਵੇਗਾ, ਕਾਮ ਧੇਨ ਗਊ ਹੋਵੇਗੀ, ਪਰ ਗੁਰੂ ਕੀ ਸੰਗਤ ਜਿਹੜੀ ਹੈ, ਗੁਰੂ ਕੇ ਸਾਧੂਆਂ ਵਾਸਤੇ, ਮਹਾਤਮਾ ਵਾਸਤੇ, ਇਹ ਗੁਰੂ ਕੀ ਸੰਗਤ ਹੀ ਕਾਮ ਧੇਨ ਗਊ ਤੇ ਕਲਪ ਬ੍ਰਿਸ਼ ਹੈ। ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਪੂਰੇ 14 ਮਹੀਨਿਆਂ ਦੇ ਵਿੱਚ ਇਹ ਸੇਵਾ ਸੰਪੂਰਨ ਹੋਈ ਹੈ ਔਰ ਬਹੁਤ ਸੁੰਦਰ। ਐਸਾ ਤਾਂ ਨਹੀਂ ਕਹਿ ਸਕਦੇ ਕਿ ਉਹ ਦਮ ਗਜਾ ਕੋਈ ਵੀ ਨਹੀਂ ਮਾਰ ਸਕਦਾ, ਇੱਕ ਤੋਂ ਇੱਕ ਚੜ੍ਹਾਉਂਦੀ ਆ। ਉਹ ਵੀ ਗੁਰਮੁਖ ਜਨ ਜਿਨ੍ਹਾਂ ਨੇ ਸਾਰੀ ਸੋਨੇ ਦੀ ਸੇਵਾ ਕਰਵਾ ਦਿੱਤੀ। ਸੋ ਪਰ ਇੱਥੇ ਦਰਸ਼ਨੀ ਦਰਵਾਜ਼ੇ ਦੀ ਜੋ ਸੇਵਾ ਹੋਈ ਹੈ, ਇਹ ਵੀ ਇੱਕ ਅਦੁੱਤੀ ਹੈ, ਜਿਵੇਂ ਕਹਿ ਦਿੰਦੇ ਇਹ ਅਜੂਬਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦਾ ਦਰਸ਼ਨੀ ਦਰਵਾਜ਼ਾ ਜਿਹੜਾ ਹੈ, ਇੱਕ ਅਜੂਬੇ ਦੇ ਤੌਰ ਤੇ ਮੰਨਿਆ ਜਾਏਗਾ। ਇਹਦੀਆਂ ਮਿਸਾਲਾਂ ਲੋਕ ਦਿਆ ਕਰਨਗੇ, ਜਿਹੇ ਜੀ ਚਿੱਤਰਕਾਰੀ, ਪੱਥਰ, ਬਰੀਕੀ ਦਾ ਕੰਮ ਹਜ਼ੂਰ ਸਾਹਿਬ ਹੋਇਆ, ਸ਼ਾਇਦ ਹੀ ਕਿੱਥੇ ਦੇਖਣ ਨੂੰ ਪ੍ਰਾਪਤ ਹੋਵੇ। ਸੋਨਾ ਬਣਾ ਲੈਣਾ, ਲਾ ਲੈਣਾ, ਇਹ ਕੋਈ ਬਹੁਤੀ ਵੱਡੀ ਭਾਰੀ ਗੱਲ ਨਹੀਂ ਹੈ, ਪਰ ਬਰੀਕੀ ਦਾ ਕੰਮ ਜਿਹੜਾ ਹੈ ਔਰ ਬੜੀ ਮਿਹਨਤ ਦਾ ਆਪ ਮਹਾਂਪੁਰਖਾਂ ਨੇ, ਜਥੇਦਾਰ ਸਾਹਿਬਾਂ ਨੇ, ਮਹਾਂਪੁਰਖਾਂ ਦੇ ਅੱਗੇ ਥਾਪੇ ਹੋਏ ਜਿਹੜੇ ਸੇਵਾਦਾਰ, ਜਥੇਦਾਰ, ਸਾਰੇ ਨਿਗਰਾਨੀ ਰੱਖ ਕੇ ਆਪ ਦੱਸ ਕੇ ਉਹ ਸਾਰੀ ਸੇਵਾ ਸੰਪੂਰਨ ਹੋਈ। ਸੱਚੇ ਪਾਤਸ਼ਾਹ ਨੇ ਆਪ ਕਰਵਾਈ ਹੈ, ਜਿਸ ਦੀਆਂ ਵਧਾਈਆਂ ਦੀ ਮਾਨ ਦੇ ਵਿੱਚ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਨੇ ਸਾਰੀ ਕੌਮ ਨੂੰ ਦਿੱਤੀਆਂ ਹੈ। ਦਾਸ ਵੀ ਇਸ ਖੁਸ਼ੀ ਭਰੇ ਸਮਾਗਮ 'ਤੇ ਦੇਸ਼ ਵਿਦੇਸ਼ ਦੀ ਸੰਗਤ, ਕਿਉਂਕਿ ਇਹ ਜਿਹੜਾ ਮਾਈਕ ਚੱਲ ਰਿਹਾ ਹੈ, ਇਹ ਬਹੁਤੇ ਮੁਲਕਾਂ ਦੇ ਵਿੱਚ, ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਇਹ ਆਵਾਜ਼ ਜਿਹੜੀ ਆ ਇੰਟਰਨੈਟ ਰਾਹੀਂ ਸੁਣਾਈ ਦਿੱਤੀ ਜਾਂਦੀ ਹੈ। ਸੋ ਸਾਰੀਆਂ ਸੰਗਤਾਂ ਨੂੰ ਦੁਬਾਰਾ ਦਾਸ ਇਹ ਸੋਹਣੇ ਸੁਨਹਿਰੀ ਅੱਖਰਾਂ ਨਾਲ ਲਿਖੇ ਹੋਏ ਇਤਿਹਾਸ ਦੇ ਪਾਵਨ ਪਵਿੱਤਰ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ ਦਿੰਦਾ ਹੈ। ਸੋ ਸੰਗਤ ਜੀ, ਕੱਲ੍ਹ ਨੂੰ 4 ਅਗਸਤ ਦਾ ਦਿਨ ਹੈ, ਅੰਗਰੇਜ਼ੀ ਤਰੀਕ 1947। 4 ਅਗਸਤ ਵਾਲੇ ਦਿਨ ਗੁਰਦੁਆਰਾ ਲੰਗਰ ਸਾਹਿਬ ਨੂੰ ਪ੍ਰਗਟ ਕਰਨ ਵਾਲੇ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਪਰਲੋਕ ਗਮਨ ਦਾ ਦਿਨ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਸੋ ਬਾਬਾ ਨਿਧਾਨ ਸਿੰਘ ਸਾਹਿਬ ਜੀ ਨੇ ਉਹ ਜਿਹੜਾ ਸੇਵਾ ਦਾ ਬੂਟਾ ਲਾਇਆ ਸੀਗਾ, ਉਹਦੀ ਮਨ ਕਰਕੇ, ਸਰੀਰ ਕਰਕੇ, ਮਾਇਆ ਕਰਕੇ ਸੇਵਾ ਸੰਭਾਲ ਕਰਦੇ ਰਹੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ। ਉਸੇ ਤਰ੍ਹਾਂ ਉਹਨਾਂ ਦੇ ਅੱਗੇ ਪੈਰੋਕਾਰ ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ, ਜਿਨ੍ਹਾਂ ਨੇ ਕਾਫੀ ਸਮਾਂ ਮੌਨ ਵੀ ਧਾਰ ਰੱਖਿਆ, ਜਿਸ ਕਰਕੇ ਉਹਨਾਂ ਨੂੰ ਬਾਬਾ ਮੋਨੀ ਜੀ ਕਿਹਾ ਕਰਦੇ ਸੀਗੇ, ਬਹੁਤ ਮਿੱਠ ਬੋਲੜੇ ਸੁਭਾਅ ਦੇ। ਅਤੇ ਉਹਨਾਂ ਨੇ ਫਿਰ ਅੱਗੇ ਸੇਵਾ ਜਿਹੜੀ ਹੈ, ਇਹ ਕਾਰ ਦੀ ਸੇਵਾ ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੂੰ ਅਰਪਣ ਕਰ ਦਿੱਤੀ। ਸਮੇਂ ਮੁਤਾਬਕ ਬਾਬਾ ਸ਼ੀਸ਼ਾ ਸਿੰਘ ਜੀ ਵੀ ਚਲਾਣਾ ਕਰ ਗਏ, ਅਤੇ ਉਹਨਾਂ ਦੀ ਜਗ੍ਹਾ 'ਤੇ ਜਿਵੇਂ ਪਰੰਪਰਾ 2 ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਜੀਵਨ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਦਲੀਪ ਸਿੰਘ ਸਾਹਿਬ ਜੀ ਪੂਰਨ ਪੁਰਖ ਹੋਏ ਹੈ। ਸੰਗਤ ਜੀ, ਦਾਸ ਨੇ ਪਹਿਲਾਂ ਵੀ 1-2 ਵਾਰ ਬੇਨਤੀ ਕੀਤੀ, ਐਸੀ ਬ੍ਰਹਮ ਅਵਸਥਾ ਵਾਲੇ ਮਹਾਂਪੁਰਖ ਸਨ ਦੋਨੋਂ ਹੀ, ਬਾਬਾ ਜੀਵਨ ਸਿੰਘ ਜੀ ਅਤੇ ਬਾਬਾ ਦਲੀਪ ਸਿੰਘ ਜੀ, ਕਿ ਜਦ ਇੱਥੇ ਸੇਵਾ ਕਰਵਾਇਆ ਕਰਦੇ, ਨਿੱਕੇ ਨਿੱਕੇ ਪੱਥਰਾਂ ਨੂੰ ਚੁੱਕ ਕੇ ਉਹਨਾਂ ਨੇ ਸਿਰ ਨੂੰ ਲਾਉਣਾ। ਪੁਰਾਣੇ ਗੁਰਮੁਖ ਜਨ ਦੱਸਦੇ ਹੈ। ਕਈਆਂ ਗੁਰਮੁਖਾਂ ਨੇ ਪੁੱਛਣਾ, ਮਹਾਰਾਜ ਪੱਥਰਾਂ ਨੂੰ ਮੱਥਾ ਕਿਉਂ ਟੇਕਦੇ ਹੋ? ਇਹ ਸ਼ਿਕਾਰ ਘਾਟ ਵਾਲਾ ਪੁਲ ਜਿਹੜਾ ਸੰਗਤ ਦੀ ਆਵਾਜਾਈ ਵਾਸਤੇ ਤਿਆਰ ਹੋ ਰਿਹਾ ਸੀ, ਅਤੇ ਮਹਾਂਪੁਰਖਾਂ ਨੇ ਵਾਚਨ ਕਰਨੇ, ਸੰਗਤ ਜੀ ਇਹ ਉਹ ਇਲਾਕਾ ਹੈ ਸਾਰਾ ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਿਕਾਰ ਦੇ ਬਹਾਨੇ ਇਸ ਧਰਤੀ ਨੂੰ ਪਾਰਸ ਬਣਾਇਆ ਕਰਦੇ, ਚਰਨ ਪਾਇਆ ਕਰਦੇ।
ਇਹ ਜਿੰਨੇ ਵੀ ਪੱਥਰ ਆ ਸਤਿਗੁਰਾਂ ਦੇ ਚਰਨਾਂ ਨਾਲ ਛੋਏ ਹੋਏ ਆ, ਇਸ ਕਰਕੇ ਅਸੀਂ ਇਹਨਾਂ ਨੂੰ ਨਮਸਕਾਰ ਕਰਦੇ ਹਾਂ। ਭਾਵ ਭਾਵਨਾ ਦੀ ਗੱਲ ਹੈ ਸੰਗਤ ਜੀ। ਧੰਨੇ ਭਗਤ ਜੀ ਨੇ ਪੱਥਰ ਤੇ ਭਾਵਨਾ ਰੱਖ ਲਈ ਤੇ ਪੱਥਰ ਵਿੱਚੋਂ ਹੀ ਪ੍ਰਗਟ ਕਰ ਲਿਆ ਸੀਗਾ। ਇਹ ਭਾਵਨਾ ਹੈ। ਐਸੇ ਬ੍ਰਹਮ ਵੇਤਾ ਜਿਨ੍ਹਾਂ ਦੀ ਭਾਵਨਾ ਐਸੀ ਕਿ ਇਹ ਪੱਥਰ ਪਵਿੱਤਰ ਹੋਏ ਹੋਏ ਆ, ਬੀਟੇ ਗੀਟੇ, ਜਿਨ੍ਹਾਂ ਤੇ ਕਲਗੀਧਰ ਪਿਤਾ ਜੀ ਦੇ ਚਰਨ ਪਏ ਹੋਏ, ਉਹਨਾਂ ਨੂੰ ਵੀ ਨਮਸਕਾਰਾਂ ਕਰਦੇ। ਐਸੇ ਪਿਆਰੀਆਂ ਰੂਹਾਂ ਉਹਨਾਂ ਦੇ ਅੱਗੇ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਬਾਬਾ ਸ਼ਿੰਦਰ ਸਿੰਘ ਜੀ ਮਹੰਤ ਜੀ, ਜਿਨ੍ਹਾਂ ਨੂੰ ਕਿਹਾ ਕਰਦੇ ਸੀ। ਇਸੇ ਤਰ੍ਹਾਂ ਫਿਰ ਅੱਗੇ ਦੋ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ, ਉਹ ਸੇਵਾ ਦੀ ਸਾਰੀ ਸੰਭਾਲ ਕਰ ਰਹੇ ਹੈ। ਸੋ ਬਹੁਤ ਗੁਰਮੁਖਤਾਈ ਦੇ ਨਾਲ ਸੇਵਾਵਾਂ ਸਾਰੀਆਂ ਚੱਲ ਰਹੀਆਂ। ਲੰਗਰ ਦੀ ਸੇਵਾ ਵੀ ਚੱਲ ਰਹੀ ਹੈ ਔਰ ਇਸੇ ਤਰ੍ਹਾਂ ਗੁਰੂ ਕੀਆਂ ਇਮਾਰਤਾਂ ਕਾਰ ਦੀ ਸੇਵਾ ਵੀ ਚੱਲ ਰਹੀ ਹੈ। ਸੋ ਕੱਲ੍ਹ ਨੂੰ 4 ਤਰੀਕ ਦਾ ਜੋ ਦਿਹਾੜਾ ਹੈ, 4 ਅਗਸਤ 1947 ਵਾਲੇ ਦਿਨ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਇਹ ਆਪਣਾ ਪੰਜ ਭੂਤਿਕ ਸਰੀਰ ਤਿਆਗਿਆ ਸੀਗਾ। ਅਤੇ ਉਹਨਾਂ ਦੀ ਯਾਦ ਦੇ ਨਾਲ ਨਾਲ ਬਾਕੀ ਦੇ ਜਿਹੜੇ ਮਹਾਂਪੁਰਖ ਹਨ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਮੋਹਨੀ, ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰਸਿਆ ਵਾਲੇ ਮਹਾਂਪੁਰਖ, ਬਾਬਾ ਸ਼ਿੰਦਰ ਸਿੰਘ ਜੀ, ਜਿਨ੍ਹਾਂ ਨੂੰ ਪਿਆਰ ਨਾਲ ਸਾਰੇ ਬਾਬਾ ਮਹੰਤ ਜੀ ਕਿਹਾ, ਉਹ ਸਾਰੇ ਮਹਾਂਪੁਰਖਾਂ ਦੀ ਇੱਕੋ ਹੀ ਬਰਸੀ ਜਿਹੜੀ ਇਕੱਠੀ ਮਹਾਂਪੁਰਖਾਂ ਨੇ ਵਿਚਾਰ ਸੰਗਤ ਨਾਲ, ਸਾਰੇ ਜਥੇਦਾਰਾਂ ਸੇਵਾਦਾਰਾਂ ਨਾਲ ਵਿਚਾਰ ਕਰਕੇ ਇਹ 4 ਅਗਸਤ ਨੂੰ ਮਨਾਉਣੀ ਜਿਹੜੀ ਹੈ ਉਹ ਆਰੰਭ ਕਰ ਲਈ ਹੈ। ਮਨਾਈ ਤਾਂ ਬਰਸੀ ਪਹਿਲਾਂ ਵੀ ਜਾਂਦੀ ਸੀ ਬਾਬਾ ਨਿਧਾਨ ਸਿੰਘ ਜੀ ਦੀ, ਪਰ ਬਾਕੀ ਮਹਾਂਪੁਰਖਾਂ ਦੀ ਨਹੀਂ, ਹੁਣ ਸਾਰਿਆਂ ਦੀ ਇੱਕ ਹੀ ਜਗ੍ਹਾ ਬਰਸੀ ਮਨਾਈ ਜਾਂਦੀ ਹੈ। ਸੋ ਕੱਲ੍ਹ ਦਾ ਜਿਹੜਾ ਦਿਹਾੜਾ ਹੈ ਉਹ ਸੰਗਤ ਜੀ ਚਾਰੇ ਮਹਾਂਪੁਰਖਾਂ ਦੀ ਬਰਸੀ ਦਾ ਦਿਨ ਹੈ। ਇਹ ਬਰਸੀਆਂ ਮਨਾਉਣੀਆਂ, ਯਾਦਾਂ ਮਨਾਉਣੀਆਂ, ਅਤੇ ਇਹਦਾ ਇੱਕ ਭਾਵ ਹੈ ਜਿਨ੍ਹਾਂ ਮਹਾਂਪੁਰਖਾਂ ਨੇ ਐਡੀਆਂ ਵੱਡੀਆਂ ਸੇਵਾਵਾਂ ਕੀਤੀਆਂ। ਤਾਨ ਮਾਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਇਸੇ ਬਿਰਤੀ ਨੂੰ ਧਾਰਨ ਉਹਨਾਂ ਕਰਕੇ ਰੱਖਿਆ। ਕੋਈ ਅਚੇਚ ਵਿਚਾਰ ਨਹੀਂ ਕੀਤੀ ਕਿ ਸਾਡੇ ਪਰਿਵਾਰ ਦਾ ਮੈਂਬਰ ਹੈ ਜਾਂ ਇਹ ਸਾਡੇ ਖਿਲਾਫ ਵਾਲਾ ਹੈ। ਇੱਕੇ ਨਿਗਾਹ ਦੇ ਨਾਲ ਸਾਰਿਆਂ ਨੂੰ ਪਿਆਰ ਨਾਲ ਤੱਕਿਆ, ਇੱਕ ਪੰਗਤ ਵਿੱਚ, ਇੱਕ ਸੰਗਤ ਵਿੱਚ ਬਿਠਾ ਕੇ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ। ਰਹਿਣ ਵਸੇਰੇ ਦੀਆਂ ਸਹੂਲਤਾਂ ਹੁਣ ਵੀ ਚੱਲ ਰਹੀਆਂ ਨੇ, ਹੋਰ ਇਮਾਰਤਾਂ ਬਹੁਤ ਬਣ ਰਹੀਆਂ। ਸੋ ਉਹਨਾਂ ਦੀ ਯਾਦ ਵਿੱਚ ਕੱਲ੍ਹ ਦਾ ਜਿਹੜਾ ਦਿਨ ਹੈ, ਚਾਰਾਂ ਮਹਾਂਪੁਰਖਾਂ ਦੀ ਬਰਸੀ ਦਾ ਪਾਵਨ ਪਵਿੱਤਰ ਦਿਨ ਹੈ। ਸੰਗਤ ਜੀ ਹੁਮ ਹਮਾ ਕੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਜਿਵੇਂ ਅੱਜ ਇੰਨਾ ਵੱਡਾ ਵਿਸ਼ਾਲ ਇਕੱਠ ਤਖਤ ਸਾਹਿਬ ਜੀ ਦੇ ਅੰਦਰ ਦਾ ਵੀ ਸਾਰਾ ਹਿੱਸਾ ਸੰਗਤ ਨਾਲ ਭਰਿਆ ਹੋਇਆ ਸੀ। ਬਾਹਰ ਸਾਡੇ ਪ੍ਰਬੰਧਕਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਸੋ ਵਾਟਰਪ੍ਰੂਫ ਜਿਹਨੂੰ ਕਹਿੰਦੇ ਪਾਣੀ ਨਾ ਟਪਕੇ ਇਹ ਜਿਹਾ ਪੰਡਾਲ ਬਣਾਇਆ ਸੀਗਾ। ਉਹਦੇ ਵਿੱਚ ਵੀ ਸੰਗਤ ਨਹੀਂ ਸੀ ਸਮਾਉਂਦੀ, ਬਾਹਰ ਹੀ ਬਹੁਤ ਸੰਗਤ ਖਲੋਤੀ ਹੋਈ ਸੀ। ਪੰਜਾਬ ਤੋਂ ਵੀ ਬੇਅੰਤ ਸੰਗਤਾਂ ਆਈਆਂ ਹੋਈਆਂ। ਇਸੇ ਤਰ੍ਹਾਂ ਕੱਲ੍ਹ ਨੂੰ ਵੀ ਭਾਈ ਸਾਰਿਆਂ ਨੇ ਹਾਜ਼ਰੀ ਭਰਨੀ ਹੈ। ਹੁਣ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਜੋ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖਤ ਸਾਹਿਬ ਜੀ ਤੇ ਪਿਛਲੇ ਪੈਰ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ, ਉਸ ਦੀ ਆਰੰਭਤਾ ਹੋ ਰਹੀ ਹੈ। ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਸੰਗਤ ਜੀ ਚੱਲ ਰਿਹਾ ਹੈ। ਸੋ ਸਾਰਾ ਸੰਸਾਰ ਹੀ ਦੁਖੀ ਹੈ, ਸੁਖੀ ਕੋਈ ਨਹੀਂ ਹੈ। ਸੁਖੀ ਕੋਈ ਹੈ ਨਾਮ ਜਿਹੜੇ ਜਪਦੇ ਹੈ ਅਤੇ ਜਿਹੜੇ ਨਾਮ ਨੂੰ ਮੰਨਦੇ ਹੈ ਉਹ ਜਿੱਤੇ ਹੈ, ਬਾਕੀ ਸਾਰੇ ਹਾਰੇ ਹੈ। ਸਾਰੇ ਹੀ ਦੁਖੀ ਹੈ ਨਾਮ ਤੋਂ ਹੀਣੇ ਪੁਰਸ਼। ਜਿਹੜੇ ਨਾਮ 'ਤੇ ਭਰੋਸਾ ਕਰਦੇ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ, ਉਹ ਸੁਖੀ ਹਨ। ਕੌਣ ਕੌਣ ਰੋਂਦੇ, ਕਿਵੇਂ ਕਿਵੇਂ ਰੋਏ, ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀਗੀ। ਇਸ ਦੀ ਵਿਚਾਰ ਚਰਚਾ ਸਾਧ ਸੰਗਤ ਜੀ ਚੱਲ ਰਹੀ ਹੈ। ਕੱਲ੍ਹ ਆਪ ਜੀ ਨੇ ਸੁਣਿਆ ਸੀਗਾ ਕਿ ਕਿਸ ਤਰ੍ਹਾਂ ਇੰਦਰ ਜਿਹੜਾ ਹੈ ਉਹਨੂੰ ਰੋਣਾ ਪਿਆ। ਗੌਤਮ ਰਿਸ਼ੀ ਜੀ ਦੇ ਘਰੇ ਜਾ ਕੇ ਪਾਪ ਕਰਮ ਕੀਤਾ ਅਹਲਿਆ ਦੇ ਨਾਲ, ਅਤੇ ਚੰਦਰਮਾ ਜਿਹੜਾ ਸੀਗਾ ਉਹ ਵੀ ਇਸ ਪਾਪ ਦੇ ਵਿੱਚ ਸ਼ਾਮਲ ਹੋਇਆ। ਚੰਦਰਮਾ ਨੂੰ ਵੀ ਆਪਣੇ ਕੀਤੇ ਦਾ ਭੋਗ ਭੋਗਣਾ ਪਿਆ, ਔਰ ਇਸੇ ਪ੍ਰਕਾਰ ਇੰਦਰ ਜਿਹੜਾ ਸੀਗਾ ਉਹਨੂੰ ਵੀ ਆਪਣੇ ਕੀਤੇ ਦਾ ਫਲ ਭੋਗਣਾ ਪਿਆ। ਸਾਰੇ ਸਰੀਰ ਦੇ ਉੱਤੇ ਬੀਬੀਆਂ ਮਾਤਾਵਾਂ ਭੈਣਾਂ ਦਾ ਗੁਪਤ ਸਰੀਰ ਜਿਹੜਾ ਸੀ ਸਾਰੇ ਸਰੀਰ 'ਤੇ ਬਣ ਗਿਆ, ਕਿਉਂਕਿ ਰਿਸ਼ੀ ਗੌਤਮ ਜੀ ਨੇ ਕਿਹਾ ਸੀ, ਉਹ ਪਾਪੀਆ ਘਰੇ ਤੇਰੇ ਅਪਛਰਾਂ ਇਹ ਜੀਆਂ
ਚੰਦ ਤੋਂ ਵੀ ਸੋਹਣੇ ਮੁਖੜੇ ਵਰਗੀਆਂ, ਉਹਨਾਂ ਨੂੰ ਤਿਆਗ ਕੇ ਮੇਰੇ ਘਰੇ ਗੰਦਗੀ ਭੋਗਣ ਆਇਆ, ਤੇਰੇ ਸਰੀਰ ਤੇ ਹੀ ਬਣ ਜਾਣਗੀਆਂ, ਕੋਈ ਕਮੀ ਨਹੀਂ ਰਹੇਗੀ। ਸਾਰਾ ਸਰੀਰ ਹੀ ਗੰਦਾ ਹੋ ਗਿਆ ਸੀ ਇੰਦਰ ਦਾ। ਸੋ ਇਸ ਵਾਸਤੇ ਲੁਕ ਗਿਆ, ਜਾ ਕੇ ਮੂੰਹ ਨਹੀਂ ਵਿਖਾਉਣ ਜੋਗਾ ਰਿਹਾ। ਉਹ ਭੋਗ ਸਾਰੇ ਸੁੱਖ ਛੱਡੇ, ਸਵਰਗ ਲੋਕ ਦੇ, ਅਪਛਰਾਵਾਂ ਦੇ, ਨੌਕਰਾਂ ਦੇ, ਗੰਦੇ ਪਾਣੀ ਦੇ ਵਿੱਚ ਨੜਾ ਜਿਹੜਾ ਕਬਲ ਦਾ ਫੁੱਲ, ਉਹਦੇ ਨੜੇ ਦੇ ਵਿੱਚ ਸਰੀਰ ਨੂੰ ਲੁਕੋ ਕੇ ਬੈਠ ਗਿਆ ਜਾ ਕੇ। ਇਹ ਪਾਪ ਕਰਮ ਦੇ ਵਾਸਤੇ ਉਹਨੂੰ ਵੀ ਰੋਣਾ ਪਿਆ ਸੀ। ਇਸੇ ਪ੍ਰਕਾਰ ਸਾਧ ਸੰਗਤ ਜੀ ਪਰਸੁਰਾਮ ਰੋਵੈ ਘਰੇ ਆਇਆ। ਪਰਸੁਰਾਮ ਦਾ ਪ੍ਰਸੰਗ ਆਪ ਜੀ ਨੇ ਸੁਣਿਆ ਸੀਗਾ ਕਿ ਕਿਵੇਂ ਉਸ ਦੇ ਪਿਤਾ ਨੂੰ ਉਹਦੇ ਮਾਸੜ ਨੇ ਹੀ ਸਹੰਸਰ ਬਾਹੂ ਨੇ ਮਾਰ ਦਿੱਤਾ, ਅਤੇ ਮਾਂ ਰੇਣਕਾ 21 ਵਾਰ ਦੁਹੱਥੜ ਪਿੱਟੇ, 7 ਵਾਰ ਪੱਟਾਂ 'ਤੇ, 7 ਵਾਰ ਢਿੱਡ ਪਿੱਟਿਆ, 7 ਵਾਰ ਗੱਲਾਂ 'ਤੇ ਦੁਹੱਥੜ ਮਾਰੇ, ਅਤੇ ਰੋਈ ਕਲਾਈ ਆਪਣੇ ਮੋਏ ਹੋਏ ਪਤੀ ਦੀ ਲਾਸ਼ ਨੂੰ ਵੇਖ ਕੇ। ਪੁੱਤਰ ਨੂੰ ਦੁੱਖ ਹੋਇਆ, ਪਰਨ ਕੀਤਾ, ਮਾਂ 21 ਵਾਰ ਤੂੰ ਕਸ਼ਟ ਦਿੱਤਾ ਆਪਣੇ ਸਰੀਰ ਨੂੰ, ਅਤੇ ਜਿੰਨੇ ਛਤਰੀਆਂ ਨੇ ਮੇਰੇ ਪਿਤਾ ਦਾ ਇਹ ਕਤਲ ਕੀਤਾ ਹੈ, ਮਾਰਿਆ ਹੈ, ਜਿਸ ਕਾਰਨ ਕਰਕੇ ਤੈਨੂੰ ਦੁੱਖ ਭੋਗਣਾ ਪਿਆ ਹੈ, ਮੈਂ ਉਹਨਾਂ ਛਤਰੀਆਂ ਦੀ 21 ਵਾਰ ਕੁਲ ਦਾ ਨਾਸ ਕਰਾਂਗਾ। 21 ਵਾਰ ਛਤਰੀਆਂ ਦੀ ਕੁਲ ਨਾਸ ਕੀਤੀ, ਅਤੇ ਜਦ ਵੀ ਨਾਸ ਕਰਨੀ ਕੁਲ ਛਤਰੀਆਂ ਦੀ, ਅਤੇ ਫਿਰ ਇਹਨੇ ਭਜਨ ਸਿਮਰਨ ਕਰਨ ਨੂੰ ਚਲੇ ਜਾਣਾ। ਅਤੇ ਬੀਜ ਤੇ ਕਿਸੇ ਚੀਜ਼ ਦਾ ਮਰਦਾ ਨਹੀਂ ਹੈ ਸੰਗਤ ਜੀ। ਆ ਦੇਖੋ ਤੁਸੀਂ, ਆਪਾਂ ਦੇਖਦੇ ਹਾਂ ਕਣਕ ਬੀਜਦੇ, ਝੋਨੇ ਦੀ ਫਸਲ ਬੀਜਦੇ, ਅਤੇ ਉਹ ਜਦ ਕਣਕ ਵੱਢ ਲੈਂਦੇ ਆਪਾਂ, ਨਾੜ ਨੂੰ ਲੋਕ ਅੱਗ ਲਾ ਦਿੰਦੇ, ਲਾਉਣੀ ਤਾਂ ਨਹੀਂ ਚਾਹੀਦੀ ਪਰ ਲਾ ਦਿੰਦੇ। ਅਤੇ ਆਹ ਗੁੱਲੀ ਡੰਡਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਕਣਕ ਦੇ ਵਿੱਚ ਜਵਾਹਿਆ ਜਾਂ ਉੱਗਦਾ, ਉਹ ਅੱਗ ਲਾ ਕੇ ਬੀਜ ਵੀ ਸੜ ਜਾਂਦਾ, ਸਭ ਹੋ ਜਾਂਦਾ। ਜਦ ਨਈ ਫਸਲ ਆਉਂਦੀ ਕਣਕ ਦੀ, ਦੁਬਾਰਾ ਫਿਰ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਜਾਂਦਾ, ਬੀਜ ਨਹੀਂ ਕਿਸੇ ਚੀਜ਼ ਦਾ ਮੁੱਕਦਾ ਹੈ। ਸੋ ਇਸ ਵਾਸਤੇ ਛਤਰੀ ਜਿਹੜੇ ਹੈ ਉਹ ਪੈਦਾ ਹੋ ਜਾਂਦੇ। ਫਿਰ ਆਉਂਦਾ ਪਰਸੁਰਾਮ ਮਾਰਦਾ, ਫਿਰ ਬ੍ਰਾਹਮਣਾਂ ਨੂੰ ਰਾਜ ਦਿੰਦਾ, ਅਤੇ ਇਸ ਤਰ੍ਹਾਂ ਸਾਧ ਸੰਗਤ ਜੀ 21 ਵਾਰ ਉਹਨੇ ਕੀਤਾ। ਅਤੇ ਅੰਤ ਨੂੰ ਇਹਨਾਂ ਬ੍ਰਾਹਮਣਾਂ ਨੂੰ ਭੀਖ ਮੰਗਦਿਆਂ ਹੋਇਆਂ ਦੇਖ ਕੇ ਵੀ ਮੈਂ ਤਾਂ 21 ਵਾਰ ਛਤਰੀ ਮਾਰਤੇ, ਬ੍ਰਾਹਮਣਾਂ ਨੂੰ ਰਾਜ ਦਵਾਇਆ, ਫਿਰ ਭਿਖਾਰੀ ਦੇ ਭਿਖਾਰੀ ਰਹਿ ਗਏ, ਭੀਖ ਹੀ ਮੰਗਦੇ ਫਿਰਦੇ ਆ। ਇਸ ਗੱਲ 'ਤੇ ਰੋਣਾ ਪਿਆਰ ਸੀ। ਪਰਸੁਰਾਮ ਰੋਵੈ ਘਰੇ ਆਇਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਕਿਹੜੇ ਕਿਹੜੇ ਕਿਵੇਂ ਰੋਏ ਹੈ, ਉਹਨਾਂ ਦਾ ਇਤਿਹਾਸ ਸਤਿਗੁਰੂ ਜੀ ਗੁਰਬਾਣੀ ਦੁਆਰਾ ਸਰਵਣ ਕਰਵਾ ਰਹੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਜੀ ਚਉਪਈ ਆਜ ਨਿਰਪ ਇੰਦ ਮਤੇ ਬ੍ਰਹ ਪਾਰੇ। ਇਸ ਤਰ੍ਹਾਂ ਸਾਧ ਸੰਗਤ ਜੀ ਅੱਜ ਰਾਜਾ ਜੀ ਹੋਏ ਹੈ, ਅਤੇ ਇਹਨਾਂ ਨੂੰ ਵੀ ਆਪਣੀ ਧਰਮ ਸਪਤਨੀ ਇੰਦਰਮਤੀ ਹੋਈ ਹੈ, ਅਤੇ ਉਹਦੇ ਵਿਯੋਗ ਦੇ ਵਿੱਚ ਰੋਣਾ ਪਿਆ ਸੀਗਾ, ਕਿਉਂਕਿ ਵਿਛੋੜੇ ਦਾ ਦੁੱਖ ਵੀ ਵੱਡਾ ਭਾਰੀ ਹੈ, ਭੁੱਖ ਦਾ ਅਤੇ ਜਮਦੂਤਾਂ ਦਾ। ਇਹ ਗੁਰਬਾਣੀ ਨੇ ਦੁੱਖ ਮੰਨੇ ਹੋਏ, ਇੱਕ ਵਿਛੋੜਾ ਦੁੱਖ, ਇੱਕ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਵਿਛੋੜੇ ਦਾ ਵੱਡਾ ਭਾਰੀ ਦੁੱਖ ਹੈ। ਜਿਹਨੂੰ ਕਿਸੇ ਵਸਤੂ ਦਾ ਵਿਛੋੜਾ ਪੈ ਜਾਂਦਾ ਹੈ, ਅਤੇ ਉਹਦੇ ਅਗਨੀ ਦੇ ਵਿੱਚ ਹੀ, ਵਿਛੋੜੇ ਦੀ ਬਿਰੋਂ ਦੀ ਅਗਨੀ ਦੇ ਵਿੱਚ ਹੀ ਉਹ ਜਲਦਾ ਰਹਿੰਦਾ, ਉਹਦੀ ਭੁੱਖ ਪਿਆਸ ਸਭ ਖਤਮ ਹੋ ਜਾਂਦੀ ਹੈ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਵੀ ਦਰਸਾਉਂਦੇ ਹੈ ਵੀ ਜਦ ਰਾਮਚੰਦਰ ਜੀ ਦਾ ਵਿਛੋੜਾ ਸੀਤਾ ਜੀ ਦੇ ਨਾਲ ਪੈ ਗਿਆ ਸੀਗਾ, ਲਾਗੇ ਸਥਾਨ ਹੈ, ਇੱਥੋਂ ਜ਼ਿਆਦਾ ਦੂਰ ਨਹੀਂ, ਨਾਸਿਕ ਦੇ ਨਾਲ ਪੰਚਵਟੀ ਦਾ ਸਥਾਨ ਹੈ, ਜਿੱਥੇ ਗੋਦਾਵਰੀ ਪ੍ਰਗਟ ਹੁੰਦੀ ਹੈ, ਅਤੇ ਇਸ਼ਨਾਨ ਕਰਨ ਵਾਸਤੇ ਉੱਥੇ ਸ੍ਰੀ ਰਾਮਚੰਦਰ ਜੀ ਮਹਾਰਾਜ ਗੋਦਾਵਰੀ ਦੇ ਵਿੱਚ ਗਏ ਸੀਗੇ। ਅਤੇ ਵਿਛੋੜੇ ਦੀ ਅਗਨੀ ਇੰਨੀ ਪ੍ਰਚੰਡ ਹੋਈ ਵੀ ਜਿੰਨੇ ਵੀ ਜੀਵ ਸੀਗੇ ਪਾਣੀ ਦੇ, ਉਹ ਪਾਣੀ ਨੂੰ ਅੱਗ ਲੱਗਣ ਵਾਂਗੂ ਹੋ ਗਿਆ, ਜਲਣ ਲੱਗ ਗਏ, ਉਬਾਲੇ ਆਉਣ ਲੱਗ ਗਏ ਪਾਣੀ ਦੇ। ਅਤੇ ਮਹਾਰਾਜ ਕਹਿੰਦੇ ਜੇ ਔਰ ਸੁਬ੍ਰਿਸ਼ਟੀ ਬਿਰਹੀ ਦ੍ਰਿਸ਼ਟ ਧਰੇ, ਫਲ ਫੂਲ ਪਤਾਸ ਆਕਾਸ਼ ਜਰੇ। ਜਿਹੜਾ ਵਿਛੋੜੇ ਦਾ ਦੁਖੀ ਹੋਇਆ ਮਨੁੱਖ ਹੈ, ਉਹ ਜਿਹੜੇ ਪਾਸੇ ਨੂੰ ਵੀ ਨਿਗਾਹ ਕਰੇ ਸਭ ਅੱਗ ਹੀ ਅੱਗ ਵਰਸਣ ਲੱਗਦੀ, ਇੰਦਾ ਭਾਰੀ ਵਿਛੋੜੇ ਦਾ ਦੁੱਖ ਹੁੰਦਾ ਹੈਗਾ। ਸੋ ਇਸ ਵਾਸਤੇ ਇੰਦਰਮਤੀ ਦੇ ਵਿਛੋੜੇ ਦੇ ਦੁੱਖ ਵਿੱਚ ਅੱਜ ਰਾਜੇ ਨੂੰ ਬੜਾ ਰੋਣਾ ਪਿਆ ਸੀਗਾ। ਰੋਵਤ ਭਿਖਿਆ ਖਾਏ ਆਹਾਰੇ। ਇਸੇ ਪ੍ਰਕਾਰ ਸਾਧ ਸੰਗਤ ਜੀ ਇਤਿਹਾਸ ਵਿੱਚ ਆਉਂਦਾ ਹੈ, ਇੱਕ ਦਿਨ ਅੱਜ ਰਾਜਾ ਜੀ ਘੋੜਿਆਂ ਦੇ ਤਬੇਲੇ ਵਿੱਚ ਸੈਰ ਕਰ ਰਹੇ ਸੀਗੇ। ਕੋਈ ਸਾਧੂ ਆ ਗਿਆ ਭਿਖਿਆ ਲੈਣ ਵਾਸਤੇ, ਅਤੇ ਇਹਨਾਂ ਨੇ ਫੜ ਕੇ ਲਿੱਦੀ ਜਿਹੜੀ ਘੋੜੇ ਦੀ ਸੀ ਉਹਨੂੰ ਫੜਾ ਦਿੱਤੀ ਵੀ ਲੈ, ਉਹਨੇ ਝੋਲੇ 'ਚ ਪਾ ਲਈ। ਅਤੇ ਇੱਕ ਕਹਾਵਤ ਮੁਹਾਵਰਾ ਹੀ ਹੁੰਦਾ ਹੈ ਦਾਨ ਲੈਣ ਵਾਲਿਆਂ ਦਾ, ਭਈ ਦਾਨ ਦੇਣ ਵਾਲਿਆ ਤੇਰਾ ਸਹੰਸਰ ਗੁਣਾ ਫਲੇ।
ਸੋ ਇਸ ਤਰ੍ਹਾਂ ਵਾਚਨ ਕਰ ਦਿੱਤਾ। ਸਹੰਸਰ ਗੁਣਾ ਫਲੇ ਭਾਈ ਤੇਰਾ ਦਾਨ, ਉਹ ਲਿੱਦ ਪਾ ਲਈ ਝੋਲੀ ਵਿੱਚ ਤੇ ਆਪਣੇ ਡੇਰੇ ਦੇ ਬਾਹਰ ਜਾ ਕੇ ਢੇਰ ਲਾਤਾ। ਤੇ ਇਸੇ ਪ੍ਰਕਾਰ ਥੋੜੀ ਜਿਹੀ ਸੀਗੀ ਤੇ ਵੱਧਦੀ ਢੇਰ ਲੱਗ ਗਿਆ ਵੱਡਾ ਭਾਰੀ। ਇੱਕ ਦਿਨ ਅੱਜ ਰਾਜਾ ਜੀ ਕਹਿੰਦੇ ਸ਼ਿਕਾਰ ਖੇਡਣ ਨੂੰ ਨਿਕਲੇ ਤੇ ਉਹ ਮਹਾਤਮਾ ਦੀ ਕੁਟੀਆ ਦੇ ਕੋਲ ਦੀ ਗਏ, ਦੇਖਿਆ ਵੀ ਘੋੜਾ ਘੋੜੀ ਕੋ ਖੱਚਰ ਹੈ ਤਾਂ ਹੈ ਕੋਈ ਨਹੀਂ ਇੱਥੇ, ਪਰ ਲਿੱਦ ਦਾ ਬੜਾ ਭਾਰੀ ਢੇਰ ਲੱਗਿਆ ਹੋਇਆ। ਕਹਿਣ ਲੱਗੇ ਜਾਓ ਪੁੱਛ ਕੇ ਆਓ ਫਕੀਰ ਨੂੰ ਵੀ ਤੇਰੇ ਕੋਲ ਕੋਈ ਹੇੜਾ ਹੇੜੀ ਘੋੜਾ ਘੋੜੀ ਤਾਂ ਹੈ ਕੋਈ ਨਹੀਂ, ਇਹ ਲਿੱਦ ਕਿੱਥੋਂ ਆਈ ਤੇਰੇ ਪਾਸ। ਨੌਕਰ ਗਏ ਜਾ ਕਹਿਣ ਲੱਗੇ ਮਹਾਰਾਜ ਘੋੜਾ ਘੋੜੀ ਕੋ ਰੱਖਿਆ, ਕਹਿੰਦੇ ਨਹੀਂ। ਫਿਰ ਆ ਲਿੱਦ ਦਾ ਢੇਰ ਕਿੱਥੋਂ ਤੁਹਾਡੇ ਪਾਸ, ਲਿੱਦ ਕਿੱਥੋਂ ਆਈ ਘੋੜਿਆਂ ਦੀ। ਕਹਿਣ ਲੱਗੇ ਜੀ ਮੈਂ ਇੱਕ ਦਿਨ ਅੱਜ ਰਾਜਾ ਜੀ ਦੇ ਪਾਸ ਗਿਆ ਸੀਗਾ ਤੇ ਉਹਨਾਂ ਨੇ ਇਹ ਦਾਨ ਵਿੱਚ ਦਿੱਤੀ, ਉਹਨਾਂ ਦਾ ਦਾਨ ਜਿਹੜਾ ਫਲੀ ਜਾ ਰਿਹਾ ਮੈਨੂੰ ਲਿੱਦ ਦਾ ਦਿੱਤਾ ਹੋਇਆ। ਰਾਜਾ ਜੀ ਹਿੱਲ ਗਏ ਅੰਦਰ ਤੱਕ ਤੇ ਫਿਰ ਪੁੱਛਿਆ ਮਹਾਰਾਜ ਮੇਰੇ ਪਾਸੋਂ ਤੇ ਵੱਡੀ ਭਾਰੀ ਭੁੱਲ ਹੋ ਗਈ ਹੈ, ਕਿਉਂਕਿ ਜਦ ਮਨੁੱਖ ਦਾ ਖਾਤਮੇ ਦੇ ਦਿਨ ਆਉਂਦੇ ਆ ਤੇ ਮਤ ਭ੍ਰਿਸ਼ਟ ਹੋ ਜਾਂਦੀ ਹੈ ਤੇ ਵਿਨਾਸ਼ ਕਾਲੇ ਵਿਪਰੀਤ ਬੁੱਧੀ ਦਾ ਵੀ ਇਹੋ ਜਿਹਾ ਸੁਭਾਅ ਬਣਿਆ ਹੋਇਆ। ਗੁਰਬਾਣੀ ਨੇ ਵੀ ਇਸ ਗੱਲ ਨੂੰ ਮੰਨਿਆ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਕਹਿਣ ਲੱਗੇ ਵੀ ਭੁੱਲ ਹੋਈ ਆ ਮਹਾਰਾਜ ਸਾਡੇ ਪਾਸੋਂ ਬੜੀ ਭਾਰੀ, ਅਸੀਂ ਐਡੇ ਪਾਪੀ ਤਾਂ ਨਹੀਂ ਸੀਗੇ, ਪਰ ਇਹ ਉਸ ਵੇਲੇ ਪਤਾ ਨਹੀਂ ਕਿਉਂ ਮੇਰਾ ਵਿਨਾਸ਼ ਹੋਣਾ ਜਿਹੜਾ ਮੈਂ ਲਿੱਦ ਦਾ ਦਾਨ ਤੁਹਾਨੂੰ ਦੇ ਬੈਠਾ, ਤੇ ਇਹ ਦੱਸੋ ਹੁਣ ਖਤਮ ਕਿਵੇਂ ਹੋਵੇਗਾ। ਤੁਸੀਂ ਪਰਉਪਕਾਰੀ ਸਾਧੂ ਹੋ ਤੇ ਇਹ ਮੈਨੂੰ ਨਾ ਖਾਣਾ ਪਵੇ, ਕਿਉਂਕਿ ਜਿਹੜਾ ਦਾਨ ਦਿੱਤਾ ਹੁੰਦਾ ਹੈ ਉਹ ਮਨੁੱਖ ਨੂੰ ਭੋਗਣਾ ਪੈਂਦਾ ਹੈ 1000 ਗੁਣਾ, ਹਜ਼ਾਰਾਂ ਹੀ ਗੁਣਾ। ਕਹਿਣ ਲੱਗਾ ਜੀ ਇਹਦਾ ਤਾਂ ਇੱਕੋ ਹੀ ਹੈ ਵੀ ਦਾਨ ਦਾ ਨਾਸ ਤਾਂ ਹੁੰਦਾ ਜੇ ਮਨੁੱਖ ਆਪਣੀ ਬੇਪਤੀ ਕਰਵਾਵੇ, ਬੇਇੱਜ਼ਤੀ ਕਰਵਾਵੇ, ਬਦਨਾਮੀ ਕਰਾਵੇ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਤੇ ਸ਼ਬਦ ਉਚਾਰਨ ਕੀਤਾ ਹੈ ਨਾ, ਨਿੰਦਾ ਹਮਰੀ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਸਾਰਾ ਸ਼ਬਦ ਤੇ ਇਹ ਨਿੰਦਿਆ ਦੇ ਨਾਲ ਸਾਰਾ ਖਾਤਮਾ ਹੁੰਦਾ। ਤੇ ਉਸ ਵੇਲੇ ਕਹਿੰਦੇ ਅੱਜ ਰਾਜਾ ਜੀ ਨੇ ਸ਼ਰਾਬ ਨਹੀਂ ਪੀਤੀ, ਪਰ ਸ਼ਰਾਬ ਦੀ ਬੋਤਲ ਹੱਥ ਵਿੱਚ ਲੈ ਲਈ, ਨਾਲ ਬੇਸਵਾ ਬਿਠਾ ਲਈ ਰਾਹ ਤੇ ਇਸ ਤਰ੍ਹਾਂ ਗਲੀਆਂ ਬਾਜ਼ਾਰਾਂ ਦੇ ਵਿੱਚ ਆਪਣੀ ਨਿੰਦਿਆ ਕਰਾਉਂਦੇ ਫਿਰਦੇ ਵੀ ਇਹ ਧਰਮੀ ਰਾਜਾ ਹੈ। ਤੇ ਇਹ ਦੇਖੋ ਕਿਆਸਾ ਕੋ ਕਰਮ ਕਰ ਰਿਹਾ, ਬੇਸਵਾ ਨਾਲ ਬਿਠਾਈ ਹੈ, ਸ਼ਰੇਆਮ ਬਾਜ਼ਾਰ ਦੇ ਵਿੱਚ ਦਾਰੂ ਪੀਂਦਾ ਫਿਰ ਰਿਹਾ ਰਾਜਾ, ਤੇ ਕੀ ਇਹ ਨੌਟੰਕੀਆਂ ਕਰ ਰਿਹਾ ਹੈ। ਫਿਰ ਵੀ ਜਿਹੜਾ ਅਸਲ ਦਾਨ ਸੀ ਉਹ ਰਹਿ ਗਿਆ ਤੇ ਉਹ ਸਕਾ ਕੇ ਕਹਿੰਦੇ ਪੀਸ ਕੇ ਤੇ ਫਿਰ ਰਾਜੇ ਆ ਜਿਹਨੂੰ ਖਾਣਾ ਪਿਆ ਸੀ ਲਿੱਦ ਦਾ ਦਾਨ। ਅਜੇ ਸਰੋਵੇ ਭੀਖਿਆ ਖਾਏ ਐਸੀ ਦਰਗਾਹ ਮਿਲੇ ਸਜਾ। ਇਹੀ ਜਿਹੀਆਂ ਸਜਾਵਾਂ ਮਿਲਦੀਆਂ ਐਸੇ ਕਰਮ ਕਰਨ ਦੇ ਨਾਲ। ਅੱਜ ਰਾਜੇ ਜੀ ਨੂੰ ਰੋਣਾ ਪਿਆ ਸੀ ਇੰਦਰਮਤੀ ਦੇ ਵਿਛੋੜੇ ਵਿੱਚ, ਅੱਜ ਰਾਜੇ ਜੀ ਨੂੰ ਰੋਣਾ ਪਿਆ ਸੀਗਾ ਉਹ ਲਿੱਦ ਦਾ ਦਾਨ ਖਾਣ ਕਰਕੇ। ਜਗ ਮਹਿ ਗਿਆਨ ਦ੍ਰਸ਼ਟ ਸੁਖ ਹੋਏ। ਤੇ ਮਹਾਰਾਜ ਕੋਈ ਸੁਖੀ ਵੀ ਹੈਗਾ ਦੁਨੀਆ ਦੇ ਵਿੱਚ ਕਿ ਸਾਰੇ ਹੀ ਦੁਖੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਹੈ ਸੁਖੀ ਕੌਣ? ਜਿਨ੍ਹਾਂ ਦੀ ਗਿਆਨ ਦੀ ਦ੍ਰਿਸ਼ਟੀ ਹੈ, ਜਿਨ੍ਹਾਂ ਨੂੰ ਗਿਆਨ ਹੋ ਗਿਆ ਭਈ ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਰਭ ਹੰਡੀਐ। ਉਹ ਗਰਭ ਹੰਕਾਰ ਨੂੰ ਕਿਉਂ ਹੰਡਾਉਣਾ ਸਰੀਰ ਤੇ, ਜਾ ਰਹਿਣਾ ਇੰਨੀ ਕੋਠੇ ਮੰਡਪ ਮਾੜੀਆਂ ਇਹ ਸਾਰੇ ਤੇ ਇੱਥੇ ਹੀ ਰਹਿ ਜਾਣੇ, ਨਾਲ ਤਾਂ ਕੁੱਖ ਨਹੀਂ ਜਾਣਾ। ਬਾਹਲਾ ਮੋਹ ਪਾਏਗਾ ਤੇ ਭੂਤ ਬਣ ਕੇ ਭੱਜਾ ਫਿਰੇਗਾ ਵਿੱਚ, ਇੰਨਾ ਕੀ ਹੈ ਬਸ। ਜੇ ਗਿਆਨ ਹੋ ਜਾਵੇ ਕੱਪੜਾ ਪਹਿਨਣ ਵਾਸਤੇ ਹੈ, ਨਾ ਕਿ ਇਹਨੂੰ ਸੰਭਾਲ ਕੇ ਰੱਖਣ ਵਾਸਤੇ। ਇਹ ਮਾਇਆ ਜਿਹੜੀ ਹੈ ਇਹ ਵਰਤਣ ਵਾਸਤੇ ਹੈ, ਪੁੰਨ ਦਾਨ ਕਰਨ ਵਾਸਤੇ, ਧਰਮ ਅਰਥ ਵਾਸਤੇ, ਖਰਚ ਕਰਨ ਵਾਸਤੇ, ਨਾ ਕਿ ਜੋੜਨ ਵਾਸਤੇ। ਇਹ ਸਰੀਰ ਜਿਹੜਾ ਹੈ ਇਹ ਸੇਵਾ ਵਾਸਤੇ ਹੈ। ਤੇ ਇਸੇ ਪ੍ਰਕਾਰ ਇਹ ਸਾਰੀ ਚੀਜ਼ ਦਾ ਗਿਆਨ ਹੋ ਜਾਵੇ ਵੀ ਰਹਿਣਾ ਨਹੀਂ ਇੱਥੇ ਕਿਸੇ ਚੀਜ਼ ਨੇ, ਨਾਲ ਸਾਥ ਦੇ ਕੇਵਲ ਪਰਮੇਸ਼ਵਰ ਦੇ ਨਾਮ ਨਹੀਂ ਨਿਭਾਉਣਾ ਹੈ। ਜਿਨ੍ਹਾਂ ਨੂੰ ਇਹ ਗਿਆਨ ਹੋ ਜਾਵੇ ਉਹ ਗਿਆਨਵਾਨ ਗਿਆਨੀ ਪੁਰਸ਼ ਸੁਖੀ ਨੇ, ਬਾਕੀ ਸਾਰੇ ਹੀ ਦੁਖੀ ਹਨ। ਨਾ ਤਰ ਦੁਖੇ ਰਹਿਤ ਸਭ ਕੋਏ। ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਨਹੀਂ ਹੈ, ਮੈਂ ਕਰਦੇ ਰਹਿੰਦੇ, ਜਿਵੇਂ ਬੱਕਰਾ ਸਾਧ ਸੰਗਤ ਜੀ ਸਾਰੀ ਉਮਰ ਮੈਂ ਕਈ ਵਾਰੀ ਮੈਂ ਤੋਂ ਟੱਪ ਹੀ ਜਾਂਦਾ ਹੈ। ਤੇ ਜਦੋਂ ਉਹਨੂੰ ਝੜਕ ਦਿੰਦੇ ਆ ਝੜਕਾਉਣ ਵਾਲੇ, ਖਾਲੋ ਦੀ ਨੂੰ ਰੰਗ ਲੈਂਦੇ ਆ ਤੇ ਉਹਦਾ ਫਿਰ ਜੋੜੀ ਮੜੀ ਜਾਂਦੀ ਹੈ। ਫਿਰ ਉਹ ਗੁਰੂ ਕੇ ਦਰਬਾਰ ਵਿੱਚ ਵੱਜਦੀ ਹੈ ਤੇ ਜਦੋਂ ਰਾਗੀ ਸਿੰਘ ਤਬਲਜੀਤ ਸਿੰਘ ਮਾਰਦਾ ਹੱਥ, ਕਹਿੰਦੀ ਧੰਨ ਤੂੰ ਧੰਨ, ਆਪਣੇ ਆਪ ਨੂੰ ਮਾਰ ਕੇ ਧੰਨ ਤੂੰ ਕਹਿੰਦੀ। ਬੱਕਰਾ ਜਿਉਂਦਾ ਮੈਂ ਕਰਦਾ ਰਹਿੰਦਾ, ਜਦ ਮਰ ਜਾਂਦਾ ਫਿਰ ਉਹਦੇ ਵਿੱਚੋਂ ਆਵਾਜ਼ ਧੰਨ ਤੂੰ ਦੀ ਨਿਕਲਦੀ ਹੈ। ਇਸੇ ਪ੍ਰਕਾਰ ਸੁਖੀ ਉਹ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਮਾਰ ਲਿਆ, ਜਿਨ੍ਹਾਂ ਨੇ ਆਪਣੇ ਸੁਭਾਅ ਨੂੰ ਸੁਧਾਰ ਲਿਆ, ਹਉਮੈ ਹੰਗਤਾ ਮਮਤਾ ਨੂੰ ਤਿਆਗ ਦਿੱਤਾ। ਉਹਨਾਂ ਦੇ ਹਿਰਦੇ ਵਿੱਚੋਂ ਧੰਨ ਤੂੰ ਦੀਆਂ ਆਵਾਜ਼ਾਂ ਆਉਂਦੀਆਂ, ਉਹ ਸੰਸਾਰ ਦੇ ਵਿੱਚ ਸੁਖੀ ਹਨ।
दोहरा सीता लक्ष्मण बिछरने रोए तब श्री राम। ਸ੍ਰੀ ਰਾਮਚੰਦਰ ਜੀ ਨੂੰ ਵੀ ਰੋਣਾ ਪਿਆ ਸੀਗਾ। ਜਿਸ ਤਰ੍ਹਾਂ ਦਾਸ ਨੇ ਹੁਣੇ ਬੇਨਤੀ ਕੀਤੀ, ਜਦ ਸੀਤਾ ਜੀ ਦਾ ਵਿਛੋੜਾ ਪਿਆ, ਸਾਰੀ ਕਹਾਣੀ ਪਤਾ ਹੀ ਆਪ ਜੀ ਨੂੰ। ਹਰ ਸਾਲ ਹਿੰਦੂ ਵੀਰ ਜਿਹੜੇ ਆ ਨੌਟੰਕੀ ਕਰਦੇ ਆ, 8-9 ਰਾਤਾਂ ਨੂੰ ਰਾਮਲੀਲਾ ਰਾਸ ਮੰਡਲ ਕਰਾਉਂਦੇ ਉਹ ਰਾਮਲੀਲਾ ਦੀ। ਅਤੇ ਜਿਸ ਤਰ੍ਹਾਂ ਰਾਮ ਜੀ ਜਨਮ ਦੇ, ਜਿਵੇਂ ਉਹਨਾਂ ਦਾ ਸੀਤਾ ਜੀ ਨਾਲ ਵਿਆਹ ਹੁੰਦਾ, ਫਿਰ ਇਸੀ ਪ੍ਰਕਾਰ ਉਹ ਜੰਗਲ ਦੇ ਵਿੱਚ ਜਾਂਦੇ ਬਨੂਵਾਸ ਕੱਟਣ ਵਾਸਤੇ। ਫਿਰ ਜਿਸ ਤਰ੍ਹਾਂ ਸੀਤਾ ਜੀ ਨੂੰ ਹਰਨ ਕਰਕੇ ਰਾਵਣ ਲੈ ਜਾਂਦਾ, ਫਿਰ ਇਸੇ ਪ੍ਰਕਾਰ ਜੰਗ ਦੇ ਵਿੱਚ ਲਛਮਣ ਜੀ ਜਿਹੜੇ ਉਹ ਮੂਰਛਾ ਹੋ ਜਾਂਦੇ ਸੀਤਾ ਜੀ ਦੇ ਵਿਛੋੜੇ 'ਤੇ ਲਛਮਣ ਦੀ ਮੌਤ ਨੂੰ, ਕਿਉਂਕਿ ਲਛਮਣ ਜੀ ਇੱਕ ਵਾਰ ਮਰ ਗਏ ਸੀਗੇ ਜੰਗ ਦੇ ਵਿੱਚ। ਇੰਦਰਜੀਤ ਜਿਹੜਾ ਸੀਗਾ ਰਾਵਣ ਦਾ ਪੁੱਤਰ, ਉਹਨੇ ਵਰਸ਼ੀ ਮਾਰ ਕੇ ਮਾਰਤਾ ਸੀਗਾ ਲਛਮਣ ਜੀ ਨੂੰ। ਅਤੇ ਫਿਰ ਸੰਜੀਵਨੀ ਬੂਟੀ ਲਿਆ ਕੇ ਹਨੂੰਮਾਨ ਜੀ ਨੇ ਨਿਚੋੜ ਕੇ ਉਹਦੇ ਮੁੱਖ ਵਿੱਚ ਪਾ ਕੇ ਜਿਉਂਦਾ ਕੀਤਾ ਸੀਗਾ। ਉਹ ਲਛਮਣ ਜੀ ਨੂੰ ਮੋਇਆ ਨੂੰ ਦੇਖ ਕੇ, ਅਤੇ ਇਸੇ ਪ੍ਰਕਾਰ ਸੀਤਾ ਜੀ ਦੇ ਵਿਛੋੜੇ ਤੋਂ ਬਾਅਦ ਸ੍ਰੀ ਰਾਮਚੰਦਰ ਜੀ ਨੂੰ ਵੀ ਭੁੱਬਾਂ ਮਾਰ ਕੇ ਰੋਣਾ ਪਿਆ ਸੀ। बेशन आन अवतार पहा जापत जगत जह नाम। ਉਹ ਦੇਖੋ ਕੋਈ ਮਾਮੂਲੀ ਮਨੁੱਖ ਨਹੀਂ ਸੀ ਸ੍ਰੀ ਰਾਮਚੰਦਰ ਜੀ ਮਹਾਰਾਜ। ਉਹ ਜਿਹੜੇ ਵਿਸ਼ਨੂੰ ਦੇ 10 ਅਵਤਾਰ ਹੋਏ, ਉਹਨਾਂ ਵਿੱਚੋਂ ਵਿਸ਼ਨੂੰ ਦੇ ਅਵਤਾਰ ਸੀਗੇ। ਅਤੇ ਉਹਨਾਂ ਦਾ ਨਾਮ ਵੀ ਜੀਵ ਰੱਬ ਕਰਕੇ ਲੈਂਦੇ। ਜਿਹੜੇ ਹਿੰਦੂ ਵੀਰ ਹਨ ਉਹ ਸ੍ਰੀ ਰਾਮਚੰਦਰ ਜੀ ਨੂੰ ਭਗਵਾਨ ਕਰਕੇ ਮੰਨਦੇ ਹੈ, ਪਰ ਉਹ ਭਗਵਾਨ ਜੀ ਨੂੰ ਵੀ ਰੋਣਾ ਪਿਆ ਸੀ ਸੀਤਾ ਜੀ ਦੇ ਵਿਛੋੜੇ ਤੇ ਲਛਮਣ ਜੀ ਦੇ ਵਿਛੋੜੇ ਤੇ। ਚੌਪਏ ਦਹ ਸਿਰ ਤਿੰਨ ਲੋਕ ਬਸ ਜਾਂਕੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਉਹ ਜਿਹੜਾ ਦਹਿਸਰ ਹੋਇਆ ਹੈ 10 ਸਿਰਾਂ ਵਾਲਾ ਰਾਵਣ, ਤੇ ਜਿਹਦੇ 3 ਲੋਕ ਜਿੱਤ ਕੇ ਆਪਣੇ ਵਸ ਦੇ ਵਿੱਚ ਕੀਤੇ ਹੋਏ ਸਨ। ਬੰਦ ਸਾਲ ਮਹਿ ਕਾਲ ਸੋ ਤਾਂਕੇ। ਕਹਿੰਦੇ ਰਾਵਣ ਨੇ ਨਾ ਕਾਲ ਨੂੰ ਜੂੜ ਕੇ ਨੂੜ ਕੇ ਪਾਵੇ ਨਾਲ ਬੰਨ੍ਹਿਆ ਹੋਇਆ ਸੀ। ਭਾਵ ਕਾਲ ਵੀ ਉਹਦੀ ਮਰਜ਼ੀ ਵਿੱਚ ਚੱਲਦਾ ਸੀ। ਹੱਥ ਜੋੜ ਕੇ ਕਾਲ ਖਲੋਤਾ ਰਹਿੰਦਾ ਸੀ ਰਾਵਣ ਦੀ ਹਜ਼ੂਰੀ ਵਿੱਚ। ਕੰਚਨ ਦੇਸ਼ ਬਹੁਤ ਗ੍ਰਹਿ ਨਾਰੇ। ਇਸੇ ਪ੍ਰਕਾਰ ਸਾਰਾ ਮੁਲਕ ਲੰਕਾ ਜਿਹੜਾ ਹੈ, ਲੰਕਾਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਸਾਰੀ ਲੰਕਾ ਸੋਨੇ ਦੀ ਸੀ, ਔਰ ਉਹਦੀਆਂ ਇਸਤਰੀਆਂ ਇੱਕ ਤੋਂ ਇੱਕ ਵਧੀਆ ਸੋਹਣੀਆਂ ਸੁੰਦਰ ਸਨ। ਤੈਨ ਚੁਰਾਏ ਲਿਆ ਜਨਕ ਕੁਮਾਰੇ। ਤੇ ਜਦੋਂ ਮੱਤ ਮਾਰੀ ਜਾਂਦੀ ਹੈ ਮਨੁੱਖ ਦੀ, ਫਿਰ ਸਾਧ ਸੰਗਤ ਜੀ ਇਹ ਜਿਹੇ ਵਿਵਹਾਰ ਗੰਦੇ ਕਰਦਾ ਹੈ ਜੀਵ। ਘਰ ਦੇ ਵਿੱਚ ਸੋਹਣੀਆਂ ਇਸਤਰੀਆਂ ਨੂੰ ਤਿਆਗ ਕੇ, ਧਨ ਦੌਲਤ ਨੂੰ ਤਿਆਗ ਕੇ, ਤੇ ਸੀਤਾ ਜੀ ਨੂੰ ਜਾ ਕੇ ਹਰ ਕੇ ਲੈ ਆਇਆ। ਰਾਮਚੰਦ ਤਬ ਤਹ ਕੋ ਮਾਰਾ। ਸ੍ਰੀ ਰਾਮਚੰਦਰ ਜੀ ਮਹਾਰਾਜ ਨੇ ਫਿਰ ਸਾਧ ਸੰਗਤ ਜੀ ਰਾਵਣ ਨੂੰ ਮਾਰਿਆ। ਗੁਰਮੁਖ ਜਨੋ, ਮੈਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦਾ। ਸਾਧ ਸੰਗਤ ਜੀ ਮੈਨੂੰ ਖਿਮਾ ਕਰਿਓ ਜੇ ਮੈਂ ਭੁੱਲਦਾ ਹੋਵਾਂ। ਇਹ ਜਿਹੜਾ ਰੋਜ਼ਾਨਾ ਹੀ ਆਪਾਂ ਕਈਆਂ ਨੂੰ ਬੜਾ ਇਹ ਚੇਟਕ ਹੁੰਦਾ ਅਖਬਾਰਾਂ ਵਿੱਚ ਆਪਣੀ ਰਾਸ਼ੀ ਵੇਖਣੀ, ਟੈਲੀਵਿਜ਼ਨ ਲਾ ਕੇ ਬੈਠੇ ਰਹਿਣਗੇ ਰਾਸ਼ੀਆਂ ਵੇਖਣ ਦੇ ਮਾਰੇ। ਅੱਜ ਦੀ ਰਾਸ਼ੀ ਕੀ ਕਹਿੰਦੀ ਹੈ? ਇੱਕ ਵਿਚਾਰ ਗੋਚਰਾ ਬਚਨ ਹੈ। ਮੈਂ ਕਿਸੇ ਦੀ ਨਿੰਦਿਆ ਨਹੀਂ, ਖਿਲਾਫਤ ਨਹੀਂ ਕਰਦਾ, ਜੇ ਕੋਈ ਮੰਨਦਾ ਮੰਨੇ, ਪਰ ਮੈਂ ਗੁਰਬਾਣੀ ਦੇ ਆਸ਼ੇ ਅਨੁਸਾਰ ਕਹਿ ਰਿਹਾ। ਦੇਖੋ, ਪਹਿਲਾਂ ਹੋਏ ਸ੍ਰੀ ਰਾਮਚੰਦਰ ਮਹਾਰਾਜ, ਰਾਰਾ ਰਾਮ ਤੇ ਰਾਰਾ ਹੀ ਰਾਵਣ, ਇੱਕੋ ਹੀ ਰਾਸ਼ੀ ਸੀ। ਰਾਮ ਦੀ ਵੀ ਉਹੀ ਤੇ ਰਾਵਣ ਦੀ ਵੀ ਉਹੀ। ਕ੍ਰਿਸ਼ਨ, ਕੱਕਾ ਕ੍ਰਿਸ਼ਨ ਤੇ ਕੱਕਾ ਕੰਸ। ਰਾਮ ਮਾਰਨ ਵਾਲਾ, ਰਾਵਣ ਨੂੰ ਮਰਨ ਵਾਲਾ ਵੀ ਉਸੇ ਰਾਸ਼ੀ ਦਾ ਤੇ ਮਾਰਨ ਵਾਲਾ ਵੀ ਉਹੀ ਰਾਸ਼ੀ ਦਾ। ਔਰ ਕ੍ਰਿਸ਼ਨ ਭਗਵਾਨ ਜੀ ਕੱਕੇ ਉਸੇ ਰਾਸ਼ੀ ਦੇ ਤੇ ਕੰਸ ਵੀ ਉਸੇ ਰਾਸ਼ੀ ਦਾ। ਇਸ ਕਰਕੇ ਇਹ ਵਿਚਾਰਾਂ ਦੇ ਵਿੱਚ ਲੋਕਾਂ ਨੂੰ ਨਾ, ਇਹਨਾਂ ਲੋਕਾਂ ਨੇ ਪਾਇਆ ਹੋਇਆ ਹੈਗਾ ਵੀ ਹੋਰ ਤਾਂ ਕੋਈ ਚਾਰਾ ਨਹੀਂ। ਨਾ ਇਹਨਾਂ ਨੇ ਹਲ ਵਾਹੁਣਾ, ਨਾ ਦੁਕਾਨ ਕਰਨੀ, ਕੰਮ ਨਹੀਂ ਕਾਰ ਨਹੀਂ, ਵਿਹਲੇ ਬੈਠੇ ਲੋਕਾਂ ਨੂੰ ਭਰਮ ਦੇ ਵਿੱਚ ਪਾ ਕੇ ਠੱਗ ਕੇ ਆਪਣੀਆਂ ਰੋਟੀਆਂ ਚਲਾਉਣੀਆਂ। ਸੋ ਇਸ ਪ੍ਰਕਾਰ ਦੇ ਇਹਨਾਂ ਵਿਚਾਰਾਂ ਵਿੱਚ ਨਹੀਂ ਪੈਣਾ ਚਾਹੀਦਾ। ਸੋ ਕਹਿੰਦੇ ਆ ਵੀ ਇਸੇ ਤਰ੍ਹਾਂ ਸਾਧ ਸੰਗਤ ਜੀ, ਰਾਮ ਜੀ ਨੇ ਰਾਵਣ ਨੂੰ ਮਾਰਿਆ। ਹਾਂਜੀ, ਅੱਗੇ ਗਿਰਿਓ ਰੋਏ ਕੈ ਜੁਧ ਮਝਾਰਾ। ਪਿਛਲੀ ਪੰਕਤੀ ਪੜ੍ਹ। ਰਾਮਚੰਦ ਤਬ ਤਹ ਕੋ ਮਾਰਾ। ਸ੍ਰੀ ਰਾਮਚੰਦਰ ਜੀ ਮਹਾਰਾਜ ਨੇ, ਇੰਨਾ ਧਨ ਦੌਲਤ ਵਾਲਾ ਸੀਗਾ ਰਾਵਣ, ਜਿਹਦੀ ਸਾਰੀ ਲੰਕੇ ਦੀ ਨਗਰਾ ਹੀ ਸੋਨੇ ਦੀ ਸੀ ਨਗਰੀ, ਤੇ 10 ਉਹਦੇ ਸਿਰ ਸੀਗੇ। ਗਿਰਿਓ ਰੋਏ ਕੈ ਜੁਧ ਮਝਾਰਾ। ਤੇ ਕਾਲ ਉਹਨੇ ਪਾਵੇ ਨਾ ਬੱਧਾ ਹੋਇਆ ਸੀਗਾ। ਤੇ ਇਸੀ ਪ੍ਰਕਾਰ ਕਹਿੰਦੇ ਉਹ ਵੀ ਮਰਨ ਲੱਗਾ ਰੋ ਪਿਆ। ਉਹਦਾ ਕਾਰਨ ਕਹਿੰਦੇ ਕਾਲ ਪਾਵੇ ਨਾ ਬੱਧਾ ਸੀਗਾ। ਅੱਜ ਮਾਰਦਾ ਨੂੰ ਕੱਲ੍ਹ ਮਾਰ ਦਾਂਗਾ, ਤੇ ਮਾਰ ਨਹੀਂ ਸਕਿਆ ਕਾਲ ਨੂੰ। ਤੇ ਪੁੱਛ ਲਿਆ ਰਾਮਚੰਦਰ ਮਹਾਰਾਜ ਨੇ, ਕਹਿਣ ਲੱਗੇ ਰਾਵਣ ਤੇਰੀ ਬੁੱਧੀ
ਇੱਕ ਦਿਮਾਗ ਨਹੀਂ 10 ਦਿਮਾਗ ਨੇ ਤੇਰੇ, 10 ਸਿਰ ਨੇ ਤੇਰੇ, 10 ਵਾਰ ਸੋਚਦਾ ਹੈ। ਮਨੁੱਖ ਇੱਕ ਵਾਰ ਸੋਚਦਾ, ਤੂੰ 10 ਵਾਰੀ ਉਸ ਗੱਲ ਨੂੰ ਸੋਚਦਾ ਹੈ। ਪਰ ਤੂੰ ਕੋਈ ਸਿੱਖਿਆ ਦੇ ਜਾ। ਮਰਨ ਲੱਗਾ ਕਹਿਣ ਲੱਗਾ ਮਹਾਰਾਜ ਹੋਣੀ ਤੇ ਭਾਵਾਂ ਇਵੇਂ ਹੀ ਬੀਤਣੀ ਸੀ, ਪਰ ਇੱਕ ਗੱਲ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਵੀ ਜਿਹੜਾ ਆਪਾਂ ਕੰਮ ਕਰਦੇ ਆ ਨਾ ਵੀ ਕੱਲ੍ਹ ਨੂੰ ਕਰਾਂਗੇ, ਉਹ ਅੱਜ ਹੀ ਕਰ ਲੈਣਾ ਚਾਹੀਦਾ ਹੈਗਾ, ਅੱਗੇ ਨਹੀਂ ਪਾਉਣਾ ਚਾਹੀਦਾ। ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲੈਣਾ ਚਾਹੀਦਾ। ਕੰਮ ਜਿਹੜਾ ਕਰਨਾ ਉਹਨੂੰ ਲੇਟ ਨਹੀਂ ਹੋਣਾ ਚਾਹੀਦਾ, ਉਹ ਛੇਤੀ ਤੋਂ ਛੇਤੀ। ਮੈਂ ਕਾਲ ਕਹਿੰਦਾ ਪਾਵੇ ਨਾ ਬੱਧਾ ਸੀ, ਅੱਜ ਮਾਰਦਾ ਕੱਲ੍ਹ ਮਾਰਦਾ। ਭਾਵ ਮੇਰੀ ਬੁੱਧੀ ਮਰ ਗਈ, ਮੇਰੀ ਬੁੱਧੀ ਨੇ ਕੰਮ ਨਹੀਂ ਦਿੱਤਾ ਹੈ। ਸੋ ਇਸ ਵਾਸਤੇ ਕੰਮ ਨੂੰ ਅੱਗੇ ਨਹੀਂ ਪਾਉਣਾ ਚਾਹੀਦਾ। ਜਿਹੜਾ ਕੰਮ ਹੈ ਭਲਾ ਕਾਰਜ ਸੋਚ ਕੇ ਉਹਨੂੰ ਛੇਤੀ ਕਰ ਲੈਣਾ ਚਾਹੀਦਾ ਹੈਗਾ। ਇਹ ਵਿਚਾਰ ਰਾਵਣ ਦੇ ਕੇ ਤੇ ਰੋ ਪਿਆ ਸੀ ਰਾਮਚੰਦਰ ਮਹਾਰਾਜ ਦੇ ਅੱਗੇ। ਜੇ ਕਿਤੇ ਮੈਂ ਇਹ ਆਪਣੇ ਆਪ ਨੂੰ ਸੁਧਾਰਿਆ ਹੁੰਦਾ, ਜਾਂ ਕਾਲ ਜਿਹੜਾ ਮੈਂ ਬੰਨੀ ਫਿਰਦਾ ਨੂੰ, ਕਾਲ ਕੀ ਸੀ? ਉਹਦੀ ਸੋਚ ਜਿਹੜੀ ਮਾੜੀ ਨਾ ਹੁੰਦੀ, ਸੋਚ ਮੇਰੀ ਭਲੀ ਹੁੰਦੀ, ਮੇਰੀ ਬੁੱਧੀ ਭ੍ਰਿਸ਼ਟ ਨਾ ਹੁੰਦੀ, ਨਾ ਮੈਨੂੰ ਮਰਨਾ ਪੈਂਦਾ, ਕਿਉਂਕਿ ਵਾਰੀ ਇਹ ਜਿਹੇ ਉਸ ਨੂੰ ਸੀਗੇ। ਸੋ ਇਸ ਵਾਸਤੇ ਚੰਦ ਸੂਰਜ ਤੇ ਰਸੋਈਏ ਸੀ ਵਿਚਾਰੇ, ਪੌਣ ਪੱਖਾ ਚੱਲਦੀ ਹੈ, ਅੱਗ ਜਿਹੜੀ ਉਹਦੀ ਰਸੋਈਆ, ਰੋਟੀਆਂ ਪਕਾਉਣ ਵਾਲੇ, ਬਸਤਰ ਕੱਪੜੇ ਧੋਣ ਵਾਲੇ, ਇਹ ਸਾਰੇ ਦੇਵਤੇ ਉਹਦੇ ਲੱਗੇ ਹੋਏ ਸੀਗੇ। ਤੇ ਉਹਨੂੰ ਵੀ ਮਰਨ ਲੱਗਿਆ, ਰੋਣਾ ਪਿਆ ਸੀ ਰਾਵਣ ਨੂੰ। ਕੰਚਨਪੁਰ ਕੋ ਪਤ ਅਸ ਰਾਵਣ। ਇਹ ਜਿਹਾ ਰਾਵਣ ਜਿਹਦੀ ਨਗਰੀ ਸਾਰੀ ਲੰਕਾ ਸੋਨੇ ਦੀ ਸੀਗੀ। ਰੰਚਕ ਮਿਲਿਓ ਨਾ ਮੁਖ ਹਿਤ ਪਾਵਨ। ਤੇ ਉਹਨੂੰ ਇੱਕ ਰੱਤੀ ਜਿੰਨੀ ਸੋਨਾ ਪ੍ਰਾਪਤ ਨਹੀਂ। ਕੀ ਬੰਦਾ ਮਰ ਜਾਵੇ, ਮਹਾਰਾਜ ਦੇ ਇੱਕ ਨਹੀਂ ਨੇਕਾਂ ਸ਼ਬਦ ਇਹੋ ਜਿਹਾ। ਮਿਰਦਕ ਨੂੰ ਗੋਹਾ ਗੰਦਗੀ ਮਲੀ ਜਾਓ ਤੇ ਉਹਦਾ ਕੁਝ ਘਟ ਨਹੀਂ ਜਾਂਦਾ, ਚੰਦਨ ਮਲੋ ਤੇ ਉਹਦਾ ਕੁਝ ਵੱਧ ਨਹੀਂ ਜਾਂਦਾ। ਉਹ ਸੋਨਾ ਕਿਹੜੇ ਕੰਮ? ਮਾਇਆ ਸਾਧ ਸੰਗਤ ਜੀ ਸਰੀਰ ਚੱਲਦਿਆਂ ਦੇ ਨਾਲ ਹੈ। ਰਿਸ਼ਤੇਦਾਰ ਮੜੀਆਂ ਤੱਕ ਸਾਥ ਨਿਭਾਉਂਦੇ, ਮਾਇਆ ਦਾ ਸਾਥ ਕਦੋਂ ਤੱਕ? ਜਦ ਤੱਕ ਸਰੀਰ ਚੱਲਦਾ। ਜਦ ਸਰੀਰ ਜਕਾਰਾ ਬੋਲ ਜਾਂਦਾ, ਮਾਇਆ ਦਾ ਸਾਥ ਨਾਲ ਹੀ ਖਤਮ। ਫਿਰ ਰਿਸ਼ਤੇਦਾਰ ਆ ਚੁੱਕੇ, ਉਹ ਵੀ ਜਿਹਦੇ ਕਰਮ ਚੰਗੇ ਹੋਣ ਤੇ ਉਹਦੇ ਰਿਸ਼ਤੇਦਾਰ ਭੈਣ ਭਾਈ ਪੁੱਤ ਧੀਆਂ ਮਿਰਤਕ ਸਰੀਰ ਦੇ ਕੋਲ ਹੁੰਦੇ ਨੇ। ਤੇ ਕਈ ਇਹੋ ਜਿਹੀ ਜਗ੍ਹਾ ਮਰਦੇ ਜਿੱਥੇ ਉਹਦੀ ਲੋਥ ਨੂੰ ਪਛਾਣਨ ਵਾਲਾ ਵੀ ਕੋਈ ਨਹੀਂ ਹੁੰਦਾ। ਤੇ ਜੇ ਕੋਈ ਮਿਲ ਵੀ ਜਾਵੇ ਤੇ ਉਹਨਾਂ ਦਾ ਰਿਸ਼ਤਾ ਇੰਨਾ ਕੀ ਹੁੰਦਾ ਵੀ ਜੇ ਕੋਈ ਪਾਣੀ 'ਚ ਰੋੜਨ ਵਾਲਾ ਪਾਣੀ 'ਚ ਰੋੜਤਾ, ਜੇ ਕੋਈ ਅੱਗ 'ਚ ਸਾੜਨ ਵਾਲਾ ਅੱਗ 'ਚ ਸਾੜਤਾ, ਜੇ ਕੋਈ ਮਿੱਟੀ 'ਚ ਦੱਬਣ ਵਾਲਾ ਤੇ ਮਿੱਟੀ 'ਚ ਦੱਬਤਾ। ਜਿਵੇਂ ਜਿਵੇਂ ਕਿਰਿਆ ਬਣੀ ਹੋਈ ਅੰਤਮ ਉਹਦੇ ਮੁਤਾਬਕ ਉਹਦੇ ਰਿਸ਼ਤੇਦਾਰ ਉੱਥੋਂ ਤੱਕ ਉਹਨਾਂ ਦਾ ਸਾਥ। ਕਹਿੰਦੇ ਕਿ ਰੱਤੀ ਵੀ ਸੋਨਾ ਉਹਦੇ ਕੰਮ ਨਹੀਂ ਆਇਆ ਰਾਵਣ ਦੇ। ਭਲੇ ਸਮਰਥ ਸਕਲ ਪ੍ਰਕਾਰਾ। ਉਹ ਹਰ ਪ੍ਰਕਾਰ ਦੁਆਰਾ ਬਲੀ ਸੀ ਤੇ ਹਰ ਪ੍ਰਕਾਰ ਦੁਆਰਾ ਹੀ ਸਮਰੱਥ ਸੀ। ਕੋਈ ਇਹੋ ਜਿਹਾ ਕਾਰਜ ਨਹੀਂ ਸੀ ਜਿਹੜਾ ਉਹ ਨਾ ਕਰ ਸਕਦਾ ਹੋਵੇ। ਉਪਜੇ ਇਸ ਜਗ ਵੇਚ ਅਪਾਰਾ। ਇਹ ਰਾਵਣ ਇੱਕ ਨਹੀਂ ਹੈ। ਮਹਾਰਾਜ ਕਹਿੰਦੇ ਇਸ ਜੱਗ ਦੇ ਵਿੱਚ ਇੱਕ ਰਾਵਣ ਨਹੀਂ, ਅਨੇਕਾਂ ਹੀ ਰਾਵਣਾਂ ਵਰਗੇ ਤਾਕਤਵਰ ਮਨੁੱਖ ਪੈਦਾ ਹੋਏ ਤੇ ਆਪਣੇ ਸਮੇਂ ਮੁਤਾਬਕ ਦੁਨੀਆ ਨੂੰ ਛੱਡ ਗਏ। ਬਿਨਾ ਗਿਆਨ ਦੁਖ ਪਾਏ ਕਨੇਰਾ। ਜਿਨ੍ਹਾਂ ਨੇ ਤਾਕਤ ਪ੍ਰਾਪਤ ਕੀਤੀ, ਧਨ ਦੌਲਤ ਬੇਅੰਤ ਜਿਹਦੀ ਗਿਣਤੀ ਕੋਈ ਨਹੀਂ, ਇੰਨਾ ਇਕੱਠਾ ਕਰ ਲਿਆ, ਪਰ ਗਿਆਨ ਨਹੀਂ ਹੈ। ਗਿਆਨ ਤੋਂ ਹੀਣੇ ਮਨੁੱਖ ਜਿਹੜੇ ਇਸ ਦੁਨੀਆ ਤੋਂ ਰੋਂਦੇ ਗਏ। ਕਰ ਗਏ ਕੂਚ ਨਾ ਲਾਗੇ ਦੇਰਾ। ਕੋਈ ਦੇਰ ਨਹੀਂ ਲੱਗੀ, ਇੱਕ ਛਿਨ ਮਾਤਰ ਦੇ ਵਿੱਚ ਕੂਚ ਕਰ ਗਏ। ਸਾਰੀ ਉਮਰ ਤੇ ਮਾਇਆ ਇਕੱਠੀ ਕਰਦੇ ਰਹੇ, ਨਾ ਕੋਈ ਪੁੰਨ ਦਾਨ ਕੀਤਾ, ਨਾ ਧਰਮ ਅਰਥ ਕੀਤਾ, ਨਾ ਕੋਈ ਆਪ ਵਰਤਿਆ, ਨਾ ਕਿਸੇ ਬੱਚੇ ਪਰਿਵਾਰ ਨੂੰ ਵਰਤਣ ਦਿੱਤਾ। ਉਹ ਪਾ ਕੇ ਤੇ ਭੜੋਲੇ ਭਰ ਲਏ ਤੇ ਜਾਂ ਸਾਧ ਸੰਗਤ ਜੀ ਮਟਕੇ ਭਰ ਕੇ, ਦੇਗਾਂ ਭਰ ਕੇ ਜ਼ਮੀਨ ਵਿੱਚ ਦੱਬਦੇ, ਦੱਬੇ ਹੀ ਰਹਿ ਗਏ, ਕਿਸੇ ਦੇ ਕੰਮ ਨਾ। ਅੰਤ ਨੂੰ ਜ਼ਬਾਨ ਬੰਦ ਪੈ ਜਾਂਦੀ, ਮੁੜ ਕੇ ਬੋਲਿਆ ਵੀ ਨਹੀਂ ਜਾਂਦਾ। ਨਾ ਆਪਦੇ ਕੰਮ ਆਏ, ਨਾ ਅੱਗੇ ਪਰਿਵਾਰ ਵਾਲੇ ਦੇ, ਜਾਂ ਨਾ ਧਰਮ ਅਰਥ ਕਿੱਥੇ ਵੀ ਨਹੀਂ ਕੰਮ ਆਏ। ਜਿਨ੍ਹਾਂ ਨੇ ਉਸ ਮਾਇਆ ਨੂੰ ਕੰਮੇ ਲਾਇਆ, ਸੇਵਾ ਲਾਇਆ, ਉਹ ਅੱਜ ਵੀ ਜਿਉਂਦੇ ਸਾਧ ਸੰਗਤ ਜੀ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਮਹਾਰਾਜਾ ਰਣਜੀਤ ਸਿੰਘ ਜੀ ਨੇ ਉਸ ਜ਼ਮਾਨੇ ਦੇ ਵਿੱਚ 3 ਲੱਖ ਰੁਪਈਆ ਇਸ ਦਰਬਾਰ ਸਾਹਿਬ ਦੀ ਸੇਵਾ ਵਾਸਤੇ ਭੇਜਿਆ ਸੀ, ਜਦੋਂ ਕਿ ਇੱਕ ਪਾਈ ਦਾ ਵੀ ਬਹੁਤ ਵੱਡੀ ਭਾਰੀ ਕੀਮਤ ਹੁੰਦੀ ਸੀਗੀ। ਤੇ ਉਹ ਅੱਜ ਵੀ ਜਿਉਂਦੇ ਆ ਦੁਨੀਆ ਵਿੱਚ, ਜਿਨ੍ਹਾਂ ਨੇ ਸੇਵਾਵਾਂ ਕੀਤੀਆਂ। ਗਿਆਨਵਾਨ ਪੁਰਸ਼ ਅੱਜ ਵੀ ਜਿਉਂਦੇ ਆ, ਪਰ ਇਹ ਜਿਹੇ ਅਗਿਆਨੀ ਜਿਨ੍ਹਾਂ ਦੀ ਤਾਕਤ ਦਾ ਕੋਈ ਅੰਤ ਨਹੀਂ ਸੀ, ਧਨ ਦੌਲਤ ਦਾ ਕੋਈ ਅੰਤ ਨਹੀਂ ਸੀ, ਅੰਤ ਨੂੰ ਰੋਂਦੇ ਗਏ ਸੰਸਾਰ ਦੇ ਵਿੱਚੋਂ। ਹਿਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਸ਼ਾਹ ਪ੍ਰਸੰਗ ਵਰਣਨ ਨਾਮ 23ਵਾਂ ਅਧਿਆਇ। ਸੋ 23ਵਾਂ ਅਧਿਆਇ ਸਾਧ ਸੰਗਤ ਜੀ ਖਤਮ ਹੋ ਰਿਹਾ ਨਾਨਕ ਪ੍ਰਕਾਸ਼ ਦਾ। ਅੱਗੇ ਨਵਾਂ ਅਧਿਆਇ ਜਿਹੜਾ ਹੈ ਉਹ ਆਰੰਭ ਹੋ ਰਿਹਾ ਹੈ।
ਦੋਹਰਾ ਮਹਿਖਾਸੁਰ ਮਦ ਮਰਦਨੇ ਮਹਾਮੋਦ ਦਾ ਸ਼ਕਰ। ਇਸ ਤਰ੍ਹਾਂ ਆਰੰਭਤਾ ਦੇ ਵਿੱਚ ਮੰਗਲ ਕਰ ਰਹੇ ਹੈ ਉਹ ਆਦਿ ਸ਼ਕਤੀ। ਇੱਥੇ ਵੀ ਕਈ ਗੁਰਮੁਖ ਜਨ ਜਿਹੜੇ ਨੇ ਕੁਝ ਭੁੱਲ ਜਾਂਦੇ ਆ, ਕੁਝ ਭੁਲੇਖੇ ਪਾਉਣ ਵਾਲੇ ਵੀ ਬਹੁਤ ਲੋਕ ਹਨ। ਸਿੱਖ ਕੌਮ ਦੁਨੀਆ ਦੇ ਵਿੱਚ ਇੱਕ ਇਹੀ ਜਿਹੀ ਕੌਮ ਹੈ, ਜੇ ਇਹ ਸਾਰੀ ਇਕੱਤਰ ਹੋ ਜਾਵੇ ਤੇ ਦੁਨੀਆ ਦੇ ਤਖਤੋ ਤਾਜ ਇਹਦੇ ਪੈਰਾਂ ਥੱਲੇ ਹੈ ਸਿੱਖ ਕੌਮ ਦੇ। ਔਰ ਇਹ ਜਿਹੇ ਏਜੰਸੀਆਂ ਦੇ ਲੋਕ ਜਿਹੜੇ ਸਿੱਖਾਂ ਮਗਰ ਲੱਗੇ ਹੋਏ ਵੀ ਕਿਤੇ ਮਿਲ ਕੇ ਨਾ ਬੈਠ ਜਾਣ, ਜਿੱਦਣ ਨੇ ਮਿਲ ਕੇ ਬੈਠ ਕੇ ਪੂਰੀ ਦੁਨੀਆ ਤੇ ਰਾਜ ਇਹਨਾਂ ਦਾ ਹੋਵੇਗਾ। ਇਹ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਿੰਘਾਂ ਨੇ ਐਵੇਂ ਨਹੀਂ ਇਹ ਐਲਾਨ ਜੰਗ ਦੇ ਕੀਤੇ ਹੋਏ, ਇਹ ਜਿੱਤ ਦੇ ਨਗਾਰੇ ਜਕਾਰੇ ਐਵੇਂ ਨਹੀਂ ਗੂੰਜਦੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ। ਇਹ ਸਭ ਹੋ ਸਕਦਾ ਹੈ, ਪਰ ਉਹ ਵਿਰੋਧੀ ਜਿਹੜੇ ਹਨ ਇਸ ਪਾਸੇ ਲੱਗੇ ਹੋਏ ਹੈ। ਇਹ ਜਿਹੜਾ ਇੱਥੇ ਉਸ ਸ਼ਕਤੀ ਦਾ ਵਰਣਨ ਹੈ ਜੋ ਨਿਰੰਕਾਰ ਦੀ ਸ਼ਕਤੀ ਹੈ, ਉਹ ਅਕਾਲ ਦੀ ਸ਼ਕਤੀ ਹੈ, ਕਰਤੇ ਦੀ ਸ਼ਕਤੀ ਹੈ, ਜਿਹਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਈ ਨਾਵਾਂ ਦੇ ਨਾਲ ਯਾਦ ਕੀਤਾ ਹੈ। ਸੋ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਆਸ ਕਿਰਪਾਨ ਖੰਡੋ ਖੜਗ ਤਬਕ ਤਵਰ ਯਾਰ ਤੀਰ ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ ਕਾਲ ਤੁਹੀਂ ਕਾਲੀ ਤੁਹੀਂ ਤੇਗ ਯਾਰ ਤੀਰ ਤੁਹੀਂ ਨਿਸ਼ਾਨੀ ਜੀਤ ਕੀ ਆਜ ਤੁਹੀਂ। ਇਹ ਸਾਰੇ ਉਸੇ ਪਰਮੇਸ਼ਵਰ ਦੀ ਤਾਕਤ ਦੇ ਹੀ ਨਾਮ ਹਨ। ਜਿੰਨੇ ਮਰਜ਼ੀ ਨਾਮ ਲਈ ਜਾਈਏ ਉਹਦੇ ਨਾਮਾਂ ਦਾ ਕੋਈ ਅੰਤ ਨਹੀਂ ਆਉਂਦਾ ਹੈ। ਉਹਦੇ ਵਿੱਚੋਂ ਇੱਕ ਨਾਮ ਹੈ ਦੁਰਗਾ ਕਰਕੇ ਜਿਹਨੂੰ ਜਾਣਿਆ ਜਾਂਦਾ ਹੈ। ਅਤੇ ਇਹ ਭਰਮ ਭੁਲੇਖਾ ਪਾਉਣ ਵਾਲੀਆਂ ਸ਼ਕਤੀਆਂ ਉਹ ਪਰਮੇਸ਼ਵਰ ਦੀ ਤਾਕਤ ਨੂੰ ਇੱਕ ਇਸਤਰੀ ਸਰੂਪ ਦੇ ਵਿੱਚ ਵਰਣਨ ਕਰਦੇ ਵੀ ਉਹਦੇ ਇੱਕ ਜਨਾਨੀ ਹੈ, ਇਸਤਰੀ ਹੈ। ਜਦ ਰੱਬ ਦੀ ਤਾਕਤ ਦੇ ਵਿਰੋਧੀ ਉੱਠੇ ਸੀਗੇ ਧੂਮਰ ਨੈਣ ਵਰਗੇ, ਮੈਖਾਸਰ ਦੈਂਤ ਵਰਗੇ, ਸੋਮਨ ਸੁੰਭ ਦੈਂਤ ਵਰਗੇ, ਮਧ ਕੀਟਬ ਵਰਗੇ, ਅਤੇ ਉਹਨਾਂ ਨੇ ਵੀ ਉਸ ਵੇਲੇ ਉਸ ਸ਼ਕਤੀ ਨੂੰ ਇੱਕ ਜਨਾਨੀ ਦਾ ਹੀ ਰੂਪ ਮੰਨਿਆ ਸੀ ਵੀ ਇਹ ਇੱਕ ਔਰਤ ਹੀ ਹੈ, ਜਨਾਨੀ ਹੈ। ਪਰ ਸਾਧ ਸੰਗਤ ਜੀ ਉਹ ਪਰਮੇਸ਼ਵਰ ਦੀ ਸ਼ਕਤੀ ਹੈ। ਉਹ ਸ਼ਕਤੀ ਦਾ ਇੱਥੇ ਮੰਗਲ ਕਰਦੇ ਨੇ ਮਹਾਕਵੀ ਭਾਈ ਸੰਤੋਖ ਸਿੰਘ ਜਿਸ ਗ੍ਰੰਥ ਦੇ ਕਰਤਾ। ਕਹਿੰਦੇ ਹੈ ਪਰਮੇਸ਼ਵਰ ਦੀ ਸ਼ਕਤੀ ਤੂੰ ਮਹਿਖਾਸਰ ਮਦ ਮਰਦਨੀ। ਉਹ ਹੰਕਾਰੀ ਜਿਹੜਾ ਮਹਿਖਾਸਰ ਸੀਗਾ ਦੈਂਤ, ਉਹਦੇ ਹੰਕਾਰ ਨੂੰ ਤੂੰ ਮਰਦਨ ਕਰਨ ਵਾਲੀ ਹੈ, ਉਹਨੂੰ ਨਾਸ਼ ਕਰ ਦੇਣ ਵਾਲੀ ਹੈ। ਅਤੇ ਇਸੇ ਤਰ੍ਹਾਂ ਮਹਾਮੋਦ ਦਾ ਸ਼ਕਰ ਉਹ ਇੰਦਰ ਜਿਹੜਾ ਜਿਹਦਾ ਦੁਸ਼ਮਣ ਸੀਗਾ ਉਹ ਮੈਖਾਸਰ ਨੂੰ ਮਾਰ ਕੇ ਅਤੇ ਇੰਦਰ ਨੂੰ ਤੂੰ ਮੋਦ ਖੁਸ਼ੀਆਂ ਦੇਣ ਵਾਲੀ ਹੈ, ਪ੍ਰਸੰਨਤਾ ਦੇਣ ਵਾਲੀ ਹੈ। ਜਗਦੰਬਾ ਜੈ ਜੈ ਕਰੇ ਬਕਰ ਧਰੇ ਕਰ ਚੱਕਰ। ਤੇਰੇ ਹੱਥ ਦੇ ਵਿੱਚ ਜਿਹੜੇ ਸ਼ਸਤਰ ਪਕੜੇ ਹੋਏ ਆ ਉਹ ਟੇਢੇ ਸਰੂਪ ਦੇ ਵਿੱਚ ਹਨ, ਸਭ ਦਾ ਨਾਸ਼ ਕਰਨ ਵਾਲੇ ਹਨ। ਜਗਦੰਬਾ ਜੈ ਜੈ ਕਰੀ, ਇਹ ਜਗਤ ਦੀ ਅੰਬਾ, ਜਗਤ ਦੀ ਜਨਨੀ, ਜਗਤ ਦੀ ਮਾਤਾ, ਤੇਰੀ ਸਭ ਲੋਕਾਂ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਉਹ ਅਸਲ ਹੈ ਸਾਧ ਸੰਗਤ ਜੀ ਨਿਰੰਕਾਰ ਦੀ ਸ਼ਕਤੀ। ਇਹ ਜਿਹੜੀ ਆਪਾਂ ਚੰਡੀ ਦੀ ਵਾਰ ਪੜ੍ਹਦੇ ਹਾਂ, ਇਹ ਜਿੰਨੇ ਵੀ ਇਤਿਹਾਸ ਦੇ ਜਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਕਾਵ ਰਚਨਾ ਦੇ ਪੰਡਤ ਹਨ, ਵਿਦਵਾਨ ਹਨ, ਉਹਨਾਂ ਨੇ ਆਪਣੀ ਕਲਮ ਨਾਲ ਇਹ ਗੱਲ ਲਿਖੀ ਹੈ ਵੀ ਜੈਸੀ ਚੰਡੀ ਦੀ ਵਾਰ ਦੀ ਰਚਨਾ ਹੈ ਪੰਜਾਬੀ ਸਾਹਿਤ ਵਿੱਚ ਇਹਦੇ ਬਰਾਬਰ ਦੀ ਕੋਈ ਰਚਨਾ ਨਹੀਂ ਦੁਨੀਆ ਦੇ ਵਿੱਚ। ਜੋ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ। ਅਤੇ ਪ੍ਰਥਮਦ ਕੈਟਮਦ ਇਹ ਕਿਉਂਕਿ ਜਿੰਨੇ ਰੂਪ ਹੋਏ ਉਹਦੇ, ਅਤੇ ਚੰਡੀ ਚਰਿੱਤਰ ਦੇ ਵਿੱਚ ਸੱਚੇ ਪਾਤਸ਼ਾਹ ਕਥਨ ਕਰਦੇ ਹੈ ਪ੍ਰਥਮਦ ਕੈਟਮਦ ਮਥਨ ਮਹਿ ਖਾਸਰੇ ਮਾਨ ਮਰਦਨ ਕਰਨ ਤਰਨ ਬਰ ਬੰਡਕਾ ਧੂਮਰ ਦਿਰਗ ਧਰਨ ਤਰ ਧੂਰ ਧਾਨੀ ਕਰਨ ਚਾਂਡਿਆਰ ਮੁੰਡ ਕੇ ਮੁੰਡ ਖੰਡ ਖੰਡ ਕਾ ਰਗਤ ਬੀਜ ਹਰਨ ਰਗਤ ਪਛਨ ਕਰਨ ਦਰਨਨ ਸੁੰਭਰਨ ਧਾਰ ਰਿਸ ਮੰਡਕਾ ਸੁੰਬਲ ਧਾਰ ਸੰਘਾਰ ਕਰਵਾਰ ਕਰ ਸਕਲ ਖਲ ਅਸੁਰ ਦਲ ਜੈਤ ਜੈ ਚੰਡਕਾ। ਇਹ ਚੰਡੀ, ਇਹ ਦੁਰਗਾ, ਇਹ ਆਦਿ ਸ਼ਕਤੀ ਸਭ ਨਿਰੰਕਾਰ ਦੀ ਤਾਕਤ ਦੇ ਹੀ ਨਾਮ ਹਨ। ਸੋਸ ਕਰਤੇ ਪੁਰਖ ਵਾਹਿਗੁਰੂ ਦੀ ਸ਼ਕਤੀ ਦੇ ਨਾਮ ਹਨ। ਹੇ ਪਰਮੇਸ਼ਵਰ ਦੀ ਸ਼ਕਤੀ ਤੂੰ ਜਗਤ ਦੀ ਅੰਬਾ ਹੈ, ਸਾਰੀ ਸ੍ਰਿਸ਼ਟੀ ਦੀ ਮਾਂ ਹੈ, ਤੂੰ ਹੀ ਸਾਰੀ ਦੁਨੀਆ ਨੂੰ ਪੈਦਾ ਕੀਤਾ। ਮੇਰੇ ਪਰਮੇਸ਼ਵਰ ਦੀ ਤਾਕਤ ਤੇਰੇ ਹੱਥ ਵਿੱਚ ਜਿਹੜੇ ਸ਼ਸਤਰ ਪਕੜੇ ਹੋਏ ਆ ਇਹਨਾਂ ਦੇ ਨਾਲ ਸਾਰੇ ਲੋਕਾਂ, ਤਿੰਨਾਂ ਲੋਕਾਂ ਦੇ ਵਿੱਚ ਤੇਰੀ ਜੈ ਜੈਕਾਰ ਹੋ ਰਹੀ ਹੈ। ਸ਼੍ਰੀ ਬਾਲਾ ਸੰਧੋਰ ਵਾਚ। ਇਹ ਸਾਧ ਸੰਗਤ ਜੀ ਸਾਰੀ ਕਥਾ ਬਾਬਾ ਬਾਲਾ ਸਾਹਿਬ ਜੀ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਖਡੂਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਸੁਣਾ ਰਹੇ ਹੈ, ਵਾਚ ਬੋਲਣਾ। ਔਰ ਇਸੇ ਪ੍ਰਕਾਰ ਸਾਧ ਸੰਗਤ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਇਹ ਸਾਰੀ ਕਥਾ ਜਿਹੜੀ ਹੈ ਇਹ ਸੁਣ ਰਹੇ ਨੇ।
ਫਿਰ ਅੱਗੇ ਲਿਖਾਰੀਆਂ ਨੂੰ ਬਿਠਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਸਾਰੀ ਕਲਮ ਬੰਦ ਕਰਾ ਰਹੇ ਹੈ। ਬਾਬਾ ਬਾਲਾ ਸਾਹਿਬ ਜੀ ਅੱਗੇ ਕਥਾ ਆਰੰਭ ਕਰ ਰਹੇ ਹਨ ਸੁਣਾਉਣ ਵਾਸਤੇ। ਚਾਉ ਪਏ ਆਵ ਸੁਨ ਪਾਂਡਵ ਕੇਰ ਕਹਾਣੀ। ਇੱਥੇ ਤੱਕ ਤਾਂ ਮੁੱਕੀ ਰਾਮ ਜੀ ਦੀ, ਰਾਵਣ ਦੀ। ਅੱਗੇ ਫਿਰ ਪਾਂਡਵ ਬੜੇ ਯੋਧੇ ਹੋਏ ਐ ਤੇ ਉਹਨਾਂ ਦੀ ਕਹਾਣੀ ਸੁਣਾਈਏ ਵੀ ਇਹ ਪਾਂਡਵਾਂ ਨੂੰ ਕਿਵੇਂ ਰੋਣਾ ਪੈ ਗਿਆ। ਦੇਖੋ ਐਡੇ ਐਡੇ ਯੋਧੇ ਸੂਰਮੇ ਉਹ ਵੀ ਰੋਂਦੇ ਗਏ ਇਸ ਦੁਨੀਆ ਤੋਂ, ਰੋਣਾ ਪਿਆ ਉਹਨਾਂ ਨੂੰ ਭੁੱਬਾਂ ਮਾਰ ਕੇ। ਜਿਨ ਟੇਗ ਰਹਿਤ ਕ੍ਰਿਸ਼ਨ ਗੁਣ ਖਾਨੇ। ਇਹੋ ਜਿਹੇ ਜਿਹੜੇ 10 ਵਿਸ਼ਨੂੰ ਦੇ ਅਵਤਾਰ ਹੋਏ ਆ ਉਹਨਾਂ ਵਿੱਚੋਂ ਕ੍ਰਿਸ਼ਨ ਭਗਵਾਨ ਜੀ ਵੀ ਵਿਸ਼ਨੂੰ ਦੇ ਅਵਤਾਰ ਹੋਏ ਆ। ਭਾਵੇਂ ਇਹਨਾਂ ਦਾ ਆਪਸੀ ਜਿਹੜਾ ਰਿਸ਼ਤਾ ਸੀਗਾ ਮਾਮੇ ਭੂਆ ਦੇ ਪੁੱਤਾਂ ਵਾਲਾ ਸੀਗਾ, ਪਰ ਕ੍ਰਿਸ਼ਨ ਭਗਵਾਨ ਜੀ ਜਿਹੜੇ ਨੇਗੇ ਆਪ ਰਥਵਾਈਏ ਬਣ ਕੇ ਰਹੇ ਅਰਜਨ ਦੇ। ਪਾਂਡਵਾਂ ਨਾਲ ਪਿਆਰ ਸੀ ਬਾਹਲਾ, ਮਾਮੇ ਭੂਆ ਦੇ ਪੁੱਤਾਂ ਦਾ ਕੋਈ ਫਰਕ ਨਹੀਂ ਹੁੰਦਾ, ਬਹੁਤ ਪਿਆਰ ਵਾਲਾ ਰਿਸ਼ਤਾ ਹੈ ਤੇ ਪਿਆਰ ਵੀ ਸੀਗਾ ਤੇ ਉਸ ਤਰ੍ਹਾਂ ਰਹਿੰਦੇ ਵੀ ਇਹ ਕ੍ਰਿਸ਼ਨ ਭਗਵਾਨ ਜੀ ਪਾਂਡਵਾਂ ਦੇ ਪਾਸ ਹੀ ਜ਼ਿਆਦਾ ਸਨ। ਸਰਬ ਦਿਸ਼ਾ ਜੇਤੇ ਇੱਕ ਬਾਰੇ। ਤੇ ਇੱਕ ਵਾਰ ਨਾ ਪਾਂਡਵਾਂ ਨੇ ਸਾਰੀ ਦੁਨੀਆ ਨੂੰ ਫਤਿਹ ਕਰ ਲਿਆ। ਰਾਜਸੂਆ ਮਖ ਕਿਨੋ ਭਾਰੇ। ਤੇ ਇਹ ਖੁਸ਼ੀ ਦੇ ਵਿੱਚ ਰਾਜਸੂਆ ਜਗ ਕੀਤਾ, ਸਭ ਰਾਜਿਆਂ ਤੇ ਫਤਿਹ ਪ੍ਰਾਪਤ ਕਰਕੇ ਪਾਂਡਵਾਂ ਨੇ ਅਮਿਤ ਪਦਾਰਥ ਕਰ ਮਹਿ ਆਏ। ਘਰ ਦੇ ਵਿੱਚ ਕਮੀ ਕੋਈ ਨਹੀਂ, ਜੇ ਦੁਨੀਆ ਹੀ ਸਾਰੀ ਜਿੱਤ ਲਈ। ਇੱਕ ਪਿੰਡ ਦਾ ਜਿਹੜਾ ਮਾਲਕ ਹੋਵੇ ਉਹੀ ਨਹੀਂ ਮਾਨ ਹੁੰਦਾ, ਇਹ ਤੇ ਸਾਰੀ ਦੁਨੀਆ ਦੇ ਮਾਲਕ ਬਣ ਕੇ। ਕੋਈ ਕਮੀ ਨਹੀਂ ਹੈ ਘਰ ਦੇ ਵਿੱਚ ਕਿਸੇ ਪ੍ਰਕਾਰ ਦੀ। ਸਭ ਦੇਸ਼ ਕੇ ਨਿਰਪ ਪਾਏ ਲਗਾਏ। ਜਿੰਨੇ ਵੀ ਦੁਨੀਆ ਦੇ ਰਾਜੇ ਸੀਗੇ ਸਾਰੇ ਜਿੱਤ ਲਏ ਪਾਂਡਵਾਂ ਨੇ। ਸਾਰੇ ਰਾਜੇ ਆਣ ਕੇ ਪਾਂਡਵਾਂ ਦੇ ਪੈਰਾਂ ਤੇ ਝੁਕੇ, ਮੱਥਾ ਟੇਕਿਆ ਸਭ ਰਾਜਿਆਂ ਨੇ। ਦੁਰਯੋਧਨ ਕੇ ਟੇਗ ਇੱਕ ਕਾਲਾ। ਇੱਕ ਸਮੇਂ ਦੀ ਗੱਲ ਹੈ, ਇਹ ਪੰਜੋ ਪਾਂਡਵ ਜਿਹੜੇ ਮਿਲ ਕੇ ਦੁਰਯੋਧਨ ਦੇ ਪਾਸ ਗਏ। ਗਏ ਤਾਹਾਂ ਜਹ ਸਭਾ ਵਿਸਾਲਾ। ਬੜੀ ਵੱਡੀ ਭਾਰੀ ਸਭਾ ਲੱਗੀ ਹੋਈ ਸੀ ਦੁਰਯੋਧਨ ਦੀ। ਬੈਠ ਜੋਪ ਤੈਨ ਸੰਗ ਮਚਾਵਾ। ਤੇ ਇਹਨਾਂ ਪਾਂਡਵਾਂ ਨੇ ਜਾ ਕੇ ਨਾ ਦੁਰਯੋਧਨ ਦੇ ਨਾਲ ਜੂਆ ਖੇਡਿਆ। ਪ੍ਰਥਮ ਗਲਾ ਦਰਬ ਕੋ ਲਾਵਾ। ਸਭ ਤੋਂ ਪਹਿਲਾਂ ਇਹਨਾਂ ਨੇ ਮਾਇਆ ਦਾ ਜਿਹੜਾ ਦਾਅ ਸੀ ਨਾ ਜੂਏ ਤੇ, ਲੈ ਵੀ ਜਿੰਨੇ ਹੀ ਪੈਸੇ ਨੇ ਸਾਡੇ ਪਾਸ ਸਾਰੇ ਹੀ ਦਾਅ ਤੇ, ਇਹ ਸਾਰੀ ਮਾਇਆ ਦਾਅ ਤੇ ਲਾ ਦਿੱਤੀ ਪਾਂਡਵਾਂ ਨੇ। ਬਹੁਰ ਮਤੰਗ ਤੁਰੰਗ ਹਰਾਏ। ਉਹ ਮਾਇਆ ਵੀ ਹਾਰ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਹਾਥੀ ਜਿਹੜੇ ਸੀਗੇ ਉਹ ਸਾਰੇ ਦਾਅ ਤੇ ਲਾਤੇ, ਹਾਥੀ ਵੀ ਹਾਰ ਗਏ। ਫਿਰ ਘੋੜੇ ਦਾਅ ਤੇ ਲਾਏ, ਘੋੜੇ ਵੀ ਸਾਰੇ ਪਾਂਡਵ ਹਾਰ ਗਏ। ਸਿੰਦਾਨ ਭੂਖਨ ਗ੍ਰਾਮ ਲਗਾਏ। ਇਸੇ ਤਰ੍ਹਾਂ ਫਿਰ ਰਾਤ ਗਹਿਣੇ ਤੇ ਫਿਰ ਇਹਨਾਂ ਨੇ ਪਿੰਡ ਜਿਹੜੇ ਦਾਅ ਤੇ ਲਾਉਣੇ ਵੀ ਇੰਨੇ ਪਿੰਡ ਦਾਅ ਤੇ ਲੱਗੇ। ਇਸ ਤਰ੍ਹਾਂ ਇਹ ਜੂਏ ਦੇ ਵਿੱਚ ਹਾਰਨਾ ਸ਼ੁਰੂ ਹੋ ਗਏ ਪਾਂਡਵ। ਨਗਰ ਦੇਸ਼ ਸਗਰੋ ਜਿਤਵਾਵਾ। ਇਸ ਤਰ੍ਹਾਂ ਸੰਗਤ ਜੀ ਜੂਏ ਦੇ ਵਿੱਚ ਸਾਰਾ ਕੁਝ ਹੀ ਹਾਰ ਗਏ ਪੰਡਤ ਇਹ ਪਾਂਡਵ। ਵਿਪਨ ਜਾਵਨੋ ਪੁਨ ਠਹਿਰਾਵਾ। ਉਪਰੰਤ ਹੁਣ ਹੋ ਗਿਆ ਵੀ ਰਿਹਾ ਤਾਂ ਕੱਖ ਨਹੀਂ, ਕੀ ਕਰਾਂਗੇ। ਚਲੋ ਬਈ ਸਾਰਾ ਕੁਝ ਤਾਂ ਹਾਰ ਗਏ ਆ, ਜੰਗਲ ਵਿੱਚ ਜਾਂਦੇ ਆ, ਉੱਥੇ ਜਾ ਕੇ ਸਿਮਰਨ ਭਜਨ ਕਰਾਂਗੇ, ਫਲ ਖਾਵਾਂਗੇ ਤੇ ਆਪਣਾ ਉੱਥੇ ਜੀਵਨ ਬਤੀਤ ਕਰਾਂਗੇ। ਦ੍ਰੁਪਦ ਸੋਤਾ ਜਬ ਹੈ ਦਿਯ ਹਾਰੇ। ਇਸ ਤਰ੍ਹਾਂ ਸਾਧ ਸੰਗਤ ਜੀ ਜਦ ਮੱਤ ਮਾਰੀ ਜਾਂਦੀ ਹੈ ਨਾ ਮਨੁੱਖ ਦੀ, ਫਿਰ ਇਹਨੂੰ ਆਪਣੀ ਪੱਤ ਤੇ ਬੇਪੱਤ ਕੁਝ ਵੀ ਨਹੀਂ ਸੁੱਝਦਾ। ਸਾਰਾ ਕੁਝ ਹਾਰਨ ਤੋਂ ਬਾਅਦ ਇਹਨਾਂ ਕਿ ਇੱਕ ਦਾ ਹੈ ਸ਼ਾਇਦ ਸਾਰਾ ਕੁਝ ਵਾਪਸ ਹੀ ਮੁੜ ਆਵੇ। ਤੇ ਇਹਨਾਂ ਪੰਜਾਂ ਪਾਂਡਵਾਂ ਨੇ ਆਪਣੀ ਘਰਵਾਲੀ ਜਿਹੜੀ ਸੀਗੀ ਦ੍ਰੋਪਦੀ ਉਹਨੂੰ ਦਾਅ ਤੇ ਲਾਤਾ ਤੇ ਉਹ ਵੀ ਹਾਰ ਗਈ। ਕਰਮ ਫੁੱਟ ਗਏ ਇਹਨਾਂ ਪਾਂਡਵਾਂ ਦੇ। ਮੰਦ ਮਤੇ ਹਰਖੇ ਔਰ ਭਾਰੇ। ਤੇ ਇਹ ਜਿਹੜੇ ਕੌਰਵ ਸੀਗੇ ਦ੍ਰੋਪਦੀ ਨੂੰ ਜਿੱਤ ਕੇ ਬੜੇ ਪ੍ਰਸੰਨ ਹੋਏ ਵੀ ਧਨ ਦੌਲਤ ਜਿੱਤਿਆ ਸੀ, ਇਹਨਾਂ ਦੀ ਔਰਤ ਵੀ ਅਸਾਂ ਨੇ ਜਿੱਤ ਲਈ ਹੈ। ਰਿਤ ਯੁਤ ਹੋਤੇ ਕੇਸ ਗਹਿਆਨੇ। ਬਹੁਤ ਸੋਹਣਾ ਸੁੰਦਰ ਸਰੂਪ ਸੀਗਾ ਦ੍ਰੋਪਦੀ ਦਾ। ਪ੍ਰਸਾਦ ਸੰਗਤ ਜੀ ਸਮਾਂ ਉਹਨੂੰ ਬਾਲਾਂ ਤੋਂ ਘਸੀੜਦੇ ਹੋਏ ਇਹ ਦੁਰਯੋਧਨ ਹੋਣੀ ਜਿਹੜੇ ਸੀਗੇ ਉਹ ਸਭਾ ਦੇ ਵਿੱਚ ਲੈ ਆਏ ਦੁਸ਼ਾਸਨ ਆਦਿਕ। ਕਿਨਹੋ ਛੁਰਾਵਨ ਕੇ ਨਾ ਬਖਾਨੇ। ਕਿਸੇ ਵਿੱਚ ਹਿੰਮਤ ਹੀ ਨਹੀਂ ਹੈ ਕੌਰਵਾਂ ਨੂੰ, ਦੁਸ਼ਾਸਨ ਨੂੰ, ਦੁਰਯੋਧਨ ਨੂੰ ਇਹ ਕਹਿ ਦੇਣ ਵੀ ਤੁਸੀਂ 100 ਭਰਾ ਹੋ, ਜੇ ਹਾਰ ਹੀ ਗਏ ਪਾਂਡਵ ਆਪਣੀ ਇਸਤਰੀ ਤੁਹਾਡੀ ਵੀ ਤੇ ਕੁਛ ਲੱਗਦੀ ਹੈ, ਇਹਦੀ ਬੇਪਤੀ ਨਾ ਕਰੋ। ਕਿਸੇ ਦੇ ਜ਼ਬਾਨ ਹੀ ਨਹੀਂ ਮੂੰਹ ਵਿੱਚ ਰਹਿ ਗਈ ਇਹ ਬੋਲਣ ਦੀ। ਠਾਂਡੇ ਕਰ ਕੈ ਸਭਾ ਮਝਾਰੇ। ਤੇ ਇਹ ਸਾਰੀ ਸਭਾ ਲੱਗੀ ਹੋਈ ਹੈ, ਰਾਜ ਦਰਬਾਰ ਲੱਗਾ ਹੋਇਆ ਤੇ ਸਾਰਿਆਂ ਦੇ ਵਿੱਚ ਖਿਲਾਰ ਲਈ ਦ੍ਰੋਪਦੀ।
ਕਹਿਣ ਲਗੇ ਦੇਹੋ ਚੇਰ ਉਤਾਰੇ ਕਹਿਣ ਲੱਗੇ ਵੀ ਦ੍ਰੋਪਦੀ ਦੇ ਕੱਪੜੇ ਲਾ ਦਿਓ, ਨੰਗੀ ਕਰ ਦੇਵੋ ਇਸ ਨੂੰ। ਲਗੇ ਉਤਾਰਨ ਰਹਿ ਗਏ ਹਾਰੇ ਇਸ ਤਰ੍ਹਾਂ ਸੰਗਤ ਜੀ ਉਹ ਦ੍ਰੋਪਦੀ ਦੀ ਪੱਤ ਲਾਉਣ ਲੱਗੇ, ਇਹ ਸਾੜੀ ਲੱਗੇ ਲਾਉਣ, ਕੱਪੜੇ ਨੰਗੇ ਲੱਗੇ ਕਰਨ, ਪਰ ਹਾਰ ਗਏ, ਕੱਪੜੇ ਨਹੀਂ ਉਤਰੇ ਦ੍ਰੋਪਦੀ ਦੇ। ਲਖੈ ਨਾ ਸਾਰੇ ਕੇ ਜਨ ਨਾਰੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਭਈ ਇਹ ਜਨਾਨੀ ਹੈ ਕਿ ਕੱਪੜੇ ਦੀ ਔਰਤ ਬਣੀ ਹੋਈ। ਖਿੱਚੀ ਜਾਂਦੇ ਢੇਰ ਲੱਗੀ ਜਾਂਦੇ ਆ, ਪਰ ਉਹ ਕੱਪੜਾ ਅੱਗੋਂ ਮੁੱਕਦਾ ਨਹੀਂ ਹੈ। ਸਭਾ ਬਿਖੈ ਅੰਬਰ ਅੰਬਾਰੋ ਵੱਡੇ ਵੱਡੇ ਢੇਰ ਲਾਗੇ ਕੱਪੜੇ ਦੇ, ਪਰ ਦ੍ਰੋਪਦੀ ਨਗਰ ਨਹੀਂ ਹੋਈ। ਲਗਿਓ ਮਹਾਨ ਪਾਇਤ ਪਾਰੋ ਕੋਈ ਅੰਤ ਹੀ ਨਹੀਂ ਪਾਉਂਦਾ, ਪਤਾ ਨਹੀਂ ਕਿੰਨਾ ਕੁ ਕੱਪੜਿਆਂ ਦੇ ਢੇਰ ਲੱਗੀ ਜਾਂਦੇ ਆ। ਪਤ ਰੱਖਣ ਵਾਲਾ ਬੇਅੰਤ ਹੈ ਪਰਮੇਸ਼ਵਰ, ਜੋ ਕ੍ਰਿਸ਼ਨ ਸਰੂਪ ਹੋ ਕੇ ਬੌੜਿਆ ਹੈ ਤੇ ਦ੍ਰੋਪਦੀ ਦੀ ਪਤ, ਕਿਉਂਕਿ ਦ੍ਰੋਪਦੀ ਨੇ ਧਿਆਇਆ ਹੈ, ਇਹ ਭਗਵਾਨ ਆ ਵੱਡੀ ਤਾਕਤ ਰੱਖਣ ਵਾਲੇ ਮੇਰੇ ਪੰਜੋ ਹੀ ਪਤੀ, ਉਹ ਮੈਨੂੰ ਤਾਂ ਹਾਰ ਗਏ ਜੂਏ ਦੇ ਵਿੱਚ। ਇਸੀ ਵਾਸਤੇ ਸਾਧ ਸੰਗਤ ਜੀ ਮੇਰੇ ਕਲਗੀਧਰ ਪਾਤਸ਼ਾਹ ਨੇ ਬੜੀ ਸਖਤ ਤਾੜਨਾ ਕੀਤੀ। ਗੁਨਾਹ ਤੇ ਸਾਰੇ ਹੀ ਜਿਹੜੇ ਨੇ ਉਹ ਗਲਤ ਹੈ, ਪਰ ਜਿੱਥੇ ਰਾਣੀ ਦਮਯੰਤੀ ਦਾ ਕਿੱਸਾ ਆਉਂਦਾ ਹੈ ਨਾ, ਉੱਥੇ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਕਲਗੀਧਰ ਪਾਤਸ਼ਾਹ ਲਿਖਦੇ ਹੈ ਭਈ ਮਿੱਤਰੋ ਗੁਨਾਹ ਸਾਰੇ ਹੀ ਮਾੜੇ, ਕੋਈ ਨਾ ਕਰਿਓ, ਪਰ ਸਭ ਜਗ ਤੇ ਜੂਆ ਬੁਰਾ, ਭੂਲ ਨਾ ਖੇਡਿਓ ਰਾਏ। ਬਾਕੀ ਗੁਨਾਹ ਤੁਹਾਡੇ ਸ਼ਾਇਦ ਮਾਫ ਹੋ ਜਾਣ, ਪਰ ਜੂਆ ਜੇ ਖੇਡੋਗੇ ਤੇ ਤੁਹਾਨੂੰ ਮਾਫੀ ਕੋਈ ਨਹੀਂ। ਜੇ ਮਹਾਰਾਜ ਦੇ ਬਚਨ ਆ, ਮੈਂ ਨਹੀਂ ਕਹਿ ਰਿਹਾ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ। ਸੋ ਇਸ ਵਾਸਤੇ ਜੂਏ ਦੇ ਵਿੱਚ ਹਾਰ ਕੇ ਨੀਵੀਂ ਪਾ ਗਏ, ਤੇ ਉਹ ਵਿਚਾਰੀ ਰੋਂਦੀ ਆ ਵੀ ਦੇਖੋ 5 ਮੇਰੇ ਪਤੀ, ਸਾਰੀ ਦੁਨੀਆ ਨੂੰ ਫਤਿਹ ਕਰਨ ਵਾਲੇ ਮੇਰੇ ਪਤੀ, ਤੇ ਅੱਜ ਜੂਏ ਦੇ ਵਿੱਚ ਮੈਨੂੰ ਨਗਨ ਹੁੰਦੀ ਨੂੰ ਦੇਖ ਰਹੇ, ਇਹਨਾਂ ਦੇ ਪਾਸੋਂ ਤਾਂ ਰਹਿ ਨਹੀਂ ਆਈ। ਭਗਵਾਨ ਦੇ ਅੱਗੇ ਅਰਦਾਸ ਬੇਨਤੀ ਕੀਤੀ, ਭਗਵਾਨ ਨੇ ਪਤ ਰੱਖੀ, ਦ੍ਰੋਪਦੀ ਨੂੰ ਨੰਗੀ ਨਹੀਂ ਹੋਣ ਦਿੱਤਾ। ਧੋਤਿਆ ਦਿਸ਼ਾ ਕੇ ਨਰ ਨਾ ਦਿਸਾਏ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਇੰਨੇ ਢੇਰ ਲਾਗੇ ਕੱਪੜੇ ਦੇ, ਅੰਬਾਰ ਲਾਗੇ ਵੀ ਉਧਰ ਕੌਣ ਬੈਠਾ ਇੱਧਰ ਕੌਣ ਆ, ਇਹ ਜਿਹੇ ਪਹਾੜ ਹੀ ਬਣ ਗਏ ਕੱਪੜੇ ਦੇ ਦ੍ਰੋਪਦੀ ਤੋਂ ਜਿਹੜਾ ਲਾਈ ਜਾਂਦੇ ਸੀਗੇ। ਆਸ ਰੱਖਿਆ ਕੇ ਨੇ ਜਗ ਸਾਈ ਇਸ ਤਰ੍ਹਾਂ ਜਗਤ ਦੇ ਮਾਲਕ ਧੰਨ ਨਿਰੰਕਾਰ ਨੇ ਕ੍ਰਿਸ਼ਨ ਸਰੂਪ ਦੇ ਵਿੱਚ ਬੌੜ ਕੇ ਸਾਧ ਸੰਗਤ ਜੀ ਰੱਖਿਆ ਕੀਤੀ ਦ੍ਰੋਪਦੀ ਦੀ। ਬਾਹਰੋ ਗਮ ਨੇ ਵਿਪਨ ਮਝਾਰਾ ਇਸ ਤਰ੍ਹਾਂ ਪਤ ਗਵਾ ਕੇ ਪਾਂਡਵ ਜਿਹੜੇ ਆ ਦ੍ਰੋਪਦੀ ਨੂੰ ਲੈ ਕੇ ਜੰਗਲਾਂ ਨੂੰ ਚਲੇ ਗਏ। ਰਹੇ ਤਾਹਾਂ ਸਹਿ ਕਸ਼ਟ ਅਪਾਰਾ ਤੇ ਬੜਾ ਭਾਰੀ ਦੁੱਖ, ਇਹ ਜੂਏ ਦੇ ਵਿੱਚ ਦੁੱਖ ਭੋਗਦੇ ਹੋਏ ਕਸ਼ਟ ਝੱਲਦੇ ਰਹੇ। ਸੋ ਸੰਗਤ ਜੀ ਇਹਨਾਂ ਨੂੰ ਕਿਵੇਂ ਰੋਣਾ ਪਿਆ, ਪ੍ਰਸੰਗ ਅੱਗੇ ਲੰਬਾ ਹੈ। ਸਾਡੇ ਪਾਸ ਅੱਜ ਉਚੇਚੇ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਆਏ ਹੋਏ ਹੈ। ਉਹਨਾਂ ਨੇ ਸੋਦਰ ਦੀ ਚੌਂਕੀ ਲਾਉਣੀ ਹੈ, ਆਪਾਂ ਨੇ ਕੀਰਤਨ ਉਹਨਾਂ ਦਾ ਸਰਵਣ ਕਰਨਾ ਹੈ। ਇਸ ਵਾਸਤੇ ਅੱਜ ਇਸ ਅਧਿਆਏ ਨੂੰ ਆਪਾਂ ਇੱਥੇ ਹੀ ਵਿਰਾਮ ਦਿੰਦੇ ਹਾਂ, ਸਮਾਪਤੀ ਕਰਦੇ ਹਾਂ। ਕੱਲ ਨੂੰ ਫਿਰ ਇੱਥੋਂ ਅੱਗੇ ਕਥਾ ਆਰੰਭ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਨ, ਸਾਡੀ ਬੁੱਧੀ ਜਿਹੜੀ ਹੈ ਨਾ ਇਹਨਾਂ ਵਿਕਾਰਾਂ ਵਿੱਚੋਂ ਉੱਪਰ ਉੱਠੇ। ਇਹ ਸਾਰੀ ਬਾਣੀ ਮਹਾਰਾਜ ਨੇ ਕਿਉਂ ਉਚਾਰੀ ਭਈ ਇਹਨਾਂ ਕਾਰਨਾਂ ਕਰਕੇ ਉਹਨਾਂ ਲੋਕਾਂ ਨੂੰ ਰੋਣਾ ਪਿਆ ਜਿਨ੍ਹਾਂ ਨੇ ਦੁਨੀਆ ਫਤਿਹ ਕਰ ਲਈ, ਜਿਨ੍ਹਾਂ ਨੂੰ ਮਾਇਆ ਦੀ ਕਮੀ ਨਹੀਂ ਸੀ, ਜਿਨ੍ਹਾਂ ਦੀ ਬੁੱਧੀ 10-10 ਬੰਦਿਆਂ ਵਰਗੀ ਬੁੱਧੀ ਕੰਮ ਕਰਦੀ, ਸਿਰ ਹੀ 10-10 ਸੀ ਉਹਨਾਂ ਦੇ। ਔਰ ਇਸੇ ਪ੍ਰਕਾਰ ਜਿਨ੍ਹਾਂ ਦੀ ਤਾਕਤ ਇੰਨੀ ਧਰਤੀ ਤੇ ਪੈਰ ਮਾਰਨ ਸਾਰੀ ਧਰਤੀ ਹਿਲਾ ਕੇ ਰੱਖ ਦੇਣ, ਤੇ ਉਹਨਾਂ ਨੂੰ ਵੀ ਰੋਣਾ ਪਿਆ ਇਸ ਦੁਨੀਆ ਤੇ। ਇਹਨਾਂ ਬੁਰੇ ਕਰਮਾਂ ਤੋਂ ਬਚੋ ਜਿੰਨਾ ਬਚਿਆ ਜਾਂਦਾ। ਇਹ ਮਹਾਰਾਜ ਨੇ ਗੁਰਬਾਣੀ ਉਚਾਰ ਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਇਹ ਬਖਸ਼ਿਸ਼ ਜੋ ਸਾਡੇ ਤੇ ਹੋਈ ਹੈ ਗੁਰਬਾਣੀ ਦੁਆਰਾ, ਇਹ ਸਾਡੇ ਹਿਰਦੇ ਤੇ ਵਸ ਜਾਵੇ। ਇਹ ਵਿਕਾਰ ਭੋਗਣ ਤੋਂ, ਪਾਪ ਕਰਮ ਕਰਨ ਤੋਂ ਅਸੀਂ ਬਚ ਜਾਈਏ ਤੇ ਸਾਡਾ ਜੀਵਨ ਸਫਲਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮਤ ਬਖਸ਼ਣੀ, ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, हे पूरन हे सर्वमय दुख भंजन, हे संगी हे निरंकार, हे निर्गुण सब, हे गोविंद हे गुण निधान, जाके
हे अपरंपर हर हरे है पी होमन हार हे संतह के सदा संग निधारा आधार हे ठाकर हों दासर मैं निर्गुण गुण नहीं कोए नानक दीजै नाम दान राखो हिय आए प्रभ शरणागति कृपा निध एक अखर हर मन वास्त नानक होत वाहिगुरु नाम जहाज है चढ़े सो तरे जो सरदा गुरु पारे उदाहरण कथा निदा प्रत होत है सुनो सो सिंह सुजान नानक गुरु गोबिंद सिंह जी सदा करें नानक गुरु गोबिंद सिंह जी सदा करें। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद।